आखिर क्यों जिहड़ा हैगा अपनियां फसलों के भाव लैण लई चाहे एक सरकार होवे दूजी सरकार होवे किसानां नूं अंदोलन करने पै रहे हैं। और जो सत्ता तो बाहर होंदे तो गारंटियां दित्तियां जांदियां, जो सत्ता च आ जांदे आ तो फिर जिहड़ियां मुलाकातां भी मुश्किल हो जांदियां सरकारां दे नाल। कांग्रेस पार्टी आने वाले दिनों के विच इत्थे जिहड़ियां धोखाधड़ी हो रही किसान दे नाल इहदे ते असीं डेफिनेटली एजुकेट करांगे। और अफसोस है कि जिहड़ी पार्टी बदलाव करती थी, जिहड़ी किसानी अंदोलन विच मोहरे होकर दिखाउंदी सी कि असीं बहुत MSP की लड़ाई लड़ांगे, हुण सत्ता आउण दे उत्ते अपनी सरकार विच ही MSP देण च नाकामयाब हो रहे हैं। और कल्ला MSP नहीं, जिहड़ा फसलों का खराबा होया पिछले साल, चाहे वो नरमे की फसल हैगी है, चाहे पिछले साल का झोना, ते चाहे आज साल की कणक। तुहानूं याद होगा कहते सी विसाखी तो पहला असीं अकाउंट में पैसे पा देंगे, एक नवा पैसा ਚੱਜ ਦਾ ਕਿਸੇ किसान ਨੂੰ ਕੰਪਨਸੇਟ नहीं ਕੀਤਾ। ਮੌਜੂਦਾ ਸਮੇਂ ਵਿੱਚ ਫਸਲ ਦਾ ਰੇਟ ਨਹੀਂ ਮਿਲ ਰਿਹਾ। ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਉਹਨਾਂ ਕੋਲੇ ਕੋਈ ਪਾਲਿਸੀ ਨਹੀਂ ਹੈਗੀ। ਉਹ ਕਹਿੰਦੇ ਸੀ ਮਾਰਚ ਦੇ ਵਿੱਚ ਖੇਤੀ ਤੇ ਪਾਲਿਸੀ ਲੈ ਆਵਾਂਗੇ, ਖੇਤੀਬਾੜੀ ਮੰਤਰੀ ਜਿਹੜੇ ਹੁਣ ਬਦਲ ਦਿੱਤੇ ਆ ਵੀ ਅਸੀਂ ਰਾਹ ਲੱਭਾਂਗੇ ਵੀ ਇਹ ਰਾਹ ਤੇ ਚੱਲ ਕੇ ਖੇਤੀ ਦਾ ਉਤਾਰਾ ਕਰ ਦੇਣਾ। ਜਿਹੜੇ 1.5 ਸਾਲ ਦੇ ਵਿੱਚ ਖੇਤੀ ਨੀਤੀ ਨਹੀਂ ਸਕੇ, ਉਹਨਾਂ ਕੋਲੇ ਕੀ ਆਸ ਰੱਖ ਲਈਏ ਵੀ ਉਹ ਗਾਂ ਕੁਝ ਕਰ ਦੇਣਗੇ। ਸਾਨੂੰ ਮਜਬੂਰ ਕੀਤਾ ਜਾ ਰਿਹਾ ਤਿੱਖੇ ਅੰਦੋਲਨਾਂ ਲਈ। ਔਰ ਜਿਹੜੇ ਆਪ ਸਾਨੂੰ ਪ੍ਰਚਾਰ ਪ੍ਰਸਾਰ ਕਰਕੇ ਸਮਝਾਉਂਦੇ ਸੀ ਵੀ ਬਦਲਵੀਂ ਵਿਭਿੰਨਤਾ ਵਾਲੀ ਖੇਤੀ ਲਿਆਓ। ਠੀਕ ਹੈ, ਮੂੰਗੀ ਤਾਂ ਬਹੁਤ ਘੱਟ ਪਾਣੀ ਪੀਂਦੀ ਆ, ਮੱਕੀ ਚਲੋ ਥੋੜਾ ਪੀਂਦੀ ਆ। ਹੁਣ ਕਣਕ ਝੋਨੇ ਦੇ ਚੱਕਰ ਚੋਂ ਨਿਕਲਾਂਗੇ ਕਿਵੇਂ? ਇੱਕ ਬੰਨੇ ਖਬਰਾਂ ਛਪਦੀਆਂ ਵੀ ਨਥਾਣਾ ਬਲਾਕ ਦੇ 180 ਬੋਰ ਪਾਣੀ ਛੱਡ ਕੇ ਇਹ ਗਾਂ 30 ਸਾਲਾਂ ਨੂੰ ਪੰਜਾਬ ਦੇ ਵਿੱਚ ਪਾਣੀ ਨਹੀਂ ਰਹਿਣਾ, ਸਾਰਾ ਕਿਸਾਨਾਂ ਤੇ ਭੰਨਿਆ ਜਾ ਰਿਹਾ। ਤੇ ਮੈਨੂੰ ਲੱਗਦਾ ਵੀ ਜਿਹੜੇ ਕਿਸਾਨ ਇਹੋ ਜਿਹੀਆਂ ਫਸਲਾਂ ਬੀਜਦੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਉਹਨਾਂ ਦੀ ਵਿਸ਼ੇਸ਼ ਮੰਡੀ ਹੋਣੀ ਚਾਹੀਦੀ ਆ। ਪੰਜਾਬ ਸਰਕਾਰ ਨੂੰ ਯਤਨ ਕਰੇ, MSP ਗਰੰਟੀ ਕਾਨੂੰਨ ਬਣ ਸਕਦਾ ਵਾ। ਕੇਂਦਰ ਨੇ ਕੀ ਬਾਮ ਰੋੜੀ ਆ? ਕੇਂਦਰ ਨੇ ਪਿਛਲੇ 5-6 ਸਾਲਾਂ 'ਚ ਹਰ ਬੜੇ ਤਕਰੀਬਨ 14 ਲੱਖ ਕਿਸਾਨਾਂ ਨੂੰ ਪੰਜਾਬ ਦੇ ਵਿੱਚ 6,000 ਰੁਪਇਆ ਪ੍ਰਤੀ ਬਰੇ ਉਹਨਾਂ ਦੇ ਖਾਤਿਆਂ 'ਚ ਪੈ ਰਿਹਾ ਵਾ। ਇਹਨਾਂ ਨੂੰ ਫਸਲੀ ਬੀਮਾ ਯੋਜਨਾ ਦਿੱਤੀ। ਝੋਨੇ ਦੇ ਤੇ ਕਣਕ ਦੇ ਜਿਹੜੇ ਰੇਟ ਸੀਗੇ ਉਹ ਤਕਰੀਬਨ 3 ਗੁਣਾ ਕਰਕੇ MSP ਉਹਦਾ 3 ਗੁਣਾ ਤਕਰੀਬਨ ਕਰ ਛੱਡਿਆ। ਹੁਣ ਦੇਖੋ 1,80,000 ਕਰੋੜ ਰੁਪਇਆ ਹਰ ਵਰੇ ਕੇਂਦਰ MSP ਤੇ ਫਸਲ ਜਿਹੜੀ ਆ ਚੁੱਕ ਰਿਹਾ ਤੇ ਕਿਸਾਨਾਂ ਨੂੰ ਖੁਦ ਵੀ ਖੇਤੀਆਂ ਦੇ ਵਿੱਚ ਅਦਾਇਗੀ ਹੋ ਰਹੀ ਹੈ ਤੇ ਇਹਨਾਂ ਦੀ ਕੇਂਦਰ ਇਹਨਾਂ ਦੀ ਬਾਂਹ ਨਹੀਂ ਪਾਉਂਦੇ। ਮੈਨੂੰ ਲੱਗਦਾ ਹੈ ਕੋਈ ਨਾ ਕੋਈ ਸਾਨੂੰ ਬੜੇ ਫੈਸਲੇ ਲੈਣੇ ਪੈਣੇ ਆ ਤੇ ਕਿਸਾਨ ਵੀਰੋ ਇਸ ਵਕਤ ਤਗੜੇ ਹੋ ਜਾਓ। ਆ ਜਿਹੜੀ ਸਰਕਾਰ ਆਈ ਹੈ, ਆ ਕਿਸਾਨ ਮਾਰੂ ਸਰਕਾਰ ਆਈ ਹੈ, ਸਾਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਣਾ ਤਾਂ ਕਿ ਕਿਸਾਨਾਂ ਦੇ ਹੱਕ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨਾਂ ਨੇ ਕਿਸਾਨਾਂ ਨੂੰ ਸਬਜ਼ਬਾਗ ਹੀ ਇਹੋ ਜਿਹੇ ਵਿਖਾਏ। ਲੋ ਜੀ MSP ਤੇ ਚੁਟਕੀ ਦਾ ਕੰਮ ਹੈ, ਚੁਟਕੀ ਦਾ। ਵਿਚਾਰਾ ਕਿਸਾਨ ਭੋਲਾ ਵਿਚਾਰਾ, ਉਹਨੇ ਸਮਝਿਆ ਕਿ ਸਾਡਾ ਤਾਂ ਸ਼ਾਇਦ ਧੋਖਾ ਹੀ ਕਰਦੇ ਆ, ਬਾਕੀ ਧੱਕਾ ਹੀ ਕਰਦੇ ਆ, ਇਹ ਤਾਂ ਬੜੇ ਚੰਗੇ ਆ। ਹਾਂਜੀ, ਇਹਨਾਂ ਤੇ ਚੁਟਕੀ ਦੇ ਵਿੱਚ 5 ਮਿੰਟਾਂ ਜਿਹੜੀ MSP ਦੇ ਦੇਣੀ ਹੈ। ਹੁਣ ਤੁਹਾਡੇ ਸਾਹਮਣੇ ਹੈ ਕਿ ਕਿੰਨੀਆਂ ਫਸਲਾਂ ਚੁੱਕੀਆਂ ਗਈਆਂ ਤੇ ਉਹਦਾ ਨਤੀਜਾ ਕੀ ਨਿਕਲਿਆ। ਪਹਿਲੀ ਤਾਂ ਗੱਲ ਹੈ ਕਿ ਇਹ ਯੂਕਰੇਨ ਤੇ ਰਸ਼ੀਆ ਦਾ, ਹੁਣ ਮੈਂ ਹੈ ਤਾਂ ਬਦਕਿਸਮਤੀ ਵਾਲੀ ਗੱਲ ਕਿ ਮੈਂ ਇਹਨਾਂ ਨੂੰ ਕਹਾਂ ਉਹਨਾਂ ਦਾ ਧੰਨਵਾਦ ਕਰੋ। सूबे इस वे जुत्तियां घसा के मिन्नतां करदे, हरपाल चीमा जाके आओ साडे पैसे सानू दे दिओ जिहड़े बनदे आ। तुसीं ठीक सवाल कीता, जदों सूबिਆਂ ਨੂੰ ਭੁੱਖੇ ਮਾਰਨਾ ਤੇ ਉਹ ਕਿਸਾਨਾਂ ਨੂੰ ਕਿੱਥੋਂ ਪੈਸੇ ਦੇਣਗੇ। हाँ, आम आदमी पार्टी की गलती है कि इन्होंने बहुत बड़े बड़े जानी दिखाए, जानी शीश महल के आ हो जू हैं सब्ज बाग, सॉरी हाँ मैंने शब्द काली औड़ नहीं सी रहा। सब्ज बाग इन्ने दिखाते सिद्धू साहब कि लोग कहते कि यार तुसीं तो इन्नियां गल्लां पहलियां नालों आ करना सी, आ करना। तुसीं 20,000 करोड़ रुपया रेता तो लेना सीगा, 35,000 करोड़ रुपया तुसीं शराब तो लेना सी, 9,000 करोड़ ते अटक गया। वो पैसे गए कित्थे? हुण ते तुसीं मीमी करदे, कदे इधर फिरदे कदे उधर फिरदे आ। ते मिनीमम सपोर्ट प्राइस जिहड़ी तुसीं खुद वादा कीता सरकार बनने तो बाद वो भी नहीं दे हो रही। ये सारियां गल्लां नूं मिला के देखिए तो ना केंद्र साहब, इस केंद्र तक तुसीं जिहड़ा पोज कीता बिल्कुल ठीक, ना केंद्र सीरीयस है किसानों ਨੂੰ ਬਚਾਉਣ ਲਈ ਤੇ ਨਾ ਕੁਝ ਅੱਲੇ ਪੱਲੇ ਹੈਗਾ ਸੂਬਿਆਂ ਦੇ, ਉਹ ਵੀ ਟਾਈਮ ਪਾਸ ਕਰ ਰਹੇ ਆ। ਕਿਸਾਨ ਜੇ ਆਪਣਾ ਡਾਂਗ ਤੇ ਡੇਰਾ ਰੱਖਣਗੇ ਤੇ ਬਚੇ ਰਹਿਣਗੇ, ਨਹੀਂ ਤੇ ਹਾਲਾਤ ਠੀਕ। ਜੀ
ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ। ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਦੀ ਕਿਸਾਨੀ ਦਾ ਉਦੋਂ ਆਪਾਂ ਜ਼ਿਕਰ ਕਰਦੇ ਹਾਂ, ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ ਕਿਸਾਨਾਂ ਵੱਲੋਂ ਕਿਉਂ ਲੰਮੀ ਜਦੋਜਹਿਦ ਅੰਦੋਲਨ ਕਰਨੇ ਪੈ ਰਹੇ ਹੈ। ਇਸ ਤੋਂ ਵੱਡਾ ਸਵਾਲ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਗਰੰਟੀਆਂ ਦਿੰਦੀਆਂ, ਵਾਅਦੇ ਕਰਦੀਆਂ, ਦਾਅਵੇ ਕਰਦੀਆਂ, ਇਸ ਦੇ ਬਾਵਜੂਦ ਜਿੱਦਾਂ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਪੰਚਾਇਤ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ, ਪ੍ਰਸਥਿਤੀਆਂ ਉਸ ਕਦਰ ਹੀ ਹੈ, ਉਹਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ। ਚਾਹੇ ਗੱਲ ਆਪਾਂ ਮੂੰਗੀ ਦੀ ਕਰ ਲਈਏ, ਚਾਹੇ ਗੱਲ ਆਪਾਂ ਮੱਕੀ ਦੀ ਕਰ ਲਈਏ, ਦੂਜੀਆਂ ਫਸਲਾਂ ਦੀ ਗੱਲ ਕਰ ਲਈਏ, ਆਖਰ ਕਿਉਂ ਕਿਸਾਨ ਰੁਲ ਰਿਹਾ ਇਹਨਾਂ ਮੁੱਦਿਆਂ ਨੂੰ ਲੈ ਕੇ। ਇਸ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਅੱਜ ਇਹ ਕਿਸਾਨਾਂ ਦੀ ਰਾਹਤ ਦੇ ਲਈ, ਉਹਨਾਂ ਦੀ ਫਸਲਾਂ ਦੀ ਗੁਣਵੱਤਾ ਨੂੰ ਵਧਾਉਣ ਦੇ ਲਈ, ਜੇ ਖਾਦਾਂ ਦੀ ਗੱਲ ਕਰ ਲਈਏ, ਜੇ ਖਾਦਾਂ ਨਾਲ ਜਿਹੜਾ ਜੁੜਿਆ ਸਾਜੋ ਸਮਾਨ ਆ ਉਹਦੀ ਗੱਲ ਕਰ ਲਈਏ, 3.70 ਲੱਖ ਕਰੋੜ ਰੁਪਏ ਦਾ ਅਗਲੇ 3 ਸਾਲਾਂ ਲਈ ਇੱਕ ਪੈਕੇਜ ਦਿੱਤਾ ਗਿਆ। ਸਮਾਂ ਦੱਸੇਗਾ ਕਿ ਕਿਸਾਨਾਂ ਨੂੰ ਕਿੰਨਾ ਕਿਸ ਦਾ ਲਾਹਾ ਹੁੰਦਾ ਹੈ। ਪਰ ਇੱਕ ਲਾਈਨ ਕਹਿ ਕੇ ਮੈਂ ਆਪਣੇ ਦਰਸ਼ਕਾਂ ਨਾਲ ਜਾਣ ਪਛਾਣ ਕਰਾਉਣਾ ਮਹਿਮਾਨਾਂ ਦੀ। ਪੰਜਾਬ ਜਿਸ ਕਦਰ ਵੱਡੇ ਸੰਕਟ ਜੋ ਨਿਕਲ ਰਿਹਾ ਕਿ ਉਹ ਸੰਕਟ ਦੇ ਚੱਲਦਿਆਂ ਜੋ ਗਰੰਟੀਆਂ ਦਿੱਤੀਆਂ ਗਈਆਂ, ਵਾਅਦੇ ਕੀਤੇ ਗਏ, ਆਪਾਂ ਗੱਲ ਅੱਜ ਕਿਸਾਨਾਂ ਦੇ ਮੁੱਦੇ ਤੇ ਹੀ ਰੱਖਾਂਗੇ, ਉਹ ਪੂਰੀਆਂ ਕੀਤੀਆਂ ਜਾ ਸਕਦੀਆਂ। ਇਹਨਾਂ ਮਾਮਲਿਆਂ ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਪੈਨਲ ਤੇ ਸਾਡੇ ਨਾਲ ਮਹਿਮਾਨ ਜੁੜੇ ਹੈ, ਸੁਖਪਾਲ ਖਹਿਰਾ ਕਾਂਗਰਸ ਪਾਰਟੀ ਦੇ ਕਦਾਵਾਰ ਆਗੂ ਦਹਾਨੀ, ਪਾਰਟੀ ਵੱਲੋਂ ਕੌਮੀ ਪੱਧਰ ਤੇ ਕਿਸਾਨ ਮਾਮਲਿਆਂ ਨੂੰ ਦੇਖਣ ਵਾਲੀ ਜਿਹੜੀ ਜਥੇਬੰਦੀ ਹੈ ਉਹਦੇ ਪ੍ਰਧਾਨ ਨੇ। ਇਹਨਾਂ ਮੁੱਦਿਆਂ ਤੇ ਕੁਝ ਸਮੇਂ ਲਈ ਸਾਡੇ ਨਾਲ ਉਹਨਾਂ ਨੇ ਸਵਾਲ ਜਵਾਬ ਦੇ ਵਿੱਚ ਸਾਥ ਦੇ ਰਿਹਾ। ਸਾਡੇ ਨਾਲ ਦੂਜੇ ਮਹਿਮਾਨ ਸਰਵਣ ਸਿੰਘ ਪੰਧੇਰ, ਕਦਾਵਾਰ ਕਿਸਾਨ ਆਗੂ, ਦਿੱਲੀ ਦੀਆਂ ਬਰੂਹਾਂ ਤੇ ਜਿਨ੍ਹਾਂ ਨੇ ਵੱਡੀ ਲੜਾਈ ਲੜੀ ਹੈ। ਵਿਰਸਾ ਸਿੰਘ ਬਲਟੋਹਾ, ਸੀਨੀਅਰ ਅਕਾਲੀ ਆਗੂ। ਇੱਦਾਂ ਹੀ ਜਿਹੜਾ ਡਾਕਟਰ ਕਮਲਜੀਤ ਸੋਈ, ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਬੁਲਾਰੇ। ਪ੍ਰੋਫੈਸਰ ਮਨਜੀਤ ਸਿੰਘ, ਬੇਸ਼ੱਕ ਉਹ ਰਾਜਸੀ ਵਿਸ਼ਲੇਸ਼ਕ ਦੇ ਤੌਰ ਤੇ ਜਾਣੇ ਜਾਂਦੇ ਆ, ਪਰ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਪੜ੍ਹੇ ਹੋਏ ਅਤੇ ਕਿਸਾਨੀ ਅੰਦੋਲਨ ਦੇ ਨਾਲ ਬਹੁਤ ਨੇੜਲਾ ਰਾਬਤਾ ਰੱਖਦੇ ਆ। ਸਾਰੇ ਮਹਿਮਾਨਾਂ ਨੂੰ ਸਾਡੇ ਪੈਨਲ ਤੇ ਆਉਣ ਲਈ ਜਿਹੜੇ ਬੇਨਤੀ ਪ੍ਰਵਾਨ ਕਰਕੇ ਆਏ ਹੈ, ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਸੁਖਪਾਲ ਖਹਿਰਾ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਆਖਰ ਕਿਉਂ ਜਿਹੜਾ ਹੈਗਾ ਆਪਣੀਆਂ ਫਸਲਾਂ ਦੇ ਭਾਅ ਲੈਣ ਲਈ, ਚਾਹੇ ਇੱਕ ਸਰਕਾਰ ਹੋਵੇ ਦੂਜੀ ਸਰਕਾਰ ਹੋਵੇ, ਕਿਸਾਨਾਂ ਨੂੰ ਅੰਦੋਲਨ ਕਰਨੇ ਪੈ ਰਹੇ ਆ। ਔਰ ਜਦੋਂ ਸੱਤਾ ਤੋਂ ਬਾਹਰ ਹੁੰਦੇ ਤਾਂ ਗਰੰਟੀਆਂ ਦਿੱਤੀਆਂ ਜਾਂਦੀਆਂ, ਜਦੋਂ ਸੱਤਾ 'ਚ ਆ ਜਾਂਦੇ ਆ ਤਾਂ ਫਿਰ ਜਿਹੜੀਆਂ ਮੁਲਾਕਾਤਾਂ ਵੀ ਮੁਸ਼ਕਲ ਹੋ ਜਾਂਦੀਆਂ ਸਰਕਾਰਾਂ ਦੇ ਨਾਲ। ਸੁਖਪਾਲ ਖਹਿਰਾ ਜੀ, ਕਿਵੇਂ ਦੇਖਦੇ ਹੋ? ਵੱਡਾ ਮੁੱਦਾ ਹੈ। ਦੇਖੋ, ਮੈਂ ਤਾਂ ਅੱਜ ਸਵੇਰੇ ਵੀ ਇਹੀ ਗੱਲ ਉਠਾਈ ਸੀਗੀ ਕਿ ਆਪਾਂ ਮੌਜੂਦਾ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਤਾਂ ਇਹਨਾਂ ਨੇ ਵਾਈਲ ਆਪੋਜੀਸ਼ਨ ਵਿੱਚ ਰਹਿੰਦਿਆਂ ਦੂਸਰੀਆਂ ਸਾਰੀਆਂ ਪਾਰਟੀਆਂ ਤੇ ਹਮੇਸ਼ਾ ਤੰਜ਼ ਵੀ ਕੱਸੇ ਔਰ ਮਜ਼ਾਕ ਵੀ ਉਡਾਇਆ ਕਿ ਅਸੀਂ ਤਾਂ MSP ਸਾਨੂੰ ਸਰਕਾਰ ਦਿਓ, ਤੁਸੀਂ, ਅਸੀਂ ਤਾਂ ਹਰ ਚੀਜ਼ ਤੇ MSP ਦੇ ਸਕਦੇ। ਹਾਲਾਂਕਿ ਸ਼ਾਇਦ ਉਹਨਾਂ ਦੀ ਜਿਹੜੀ ਬੀਬੀ ਅਨਮੋਲ ਗਗਨ ਮਾਨ ਜਿਹੜੀ ਹੁਣ ਮਿਨਿਸਟਰ ਬਣੀ, ਉਦੋਂ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀਗਾ ਕਿ MSP ਕਿੰਨਾ ਵੋਲੂਮਨਸ ਕੰਮ ਆ। ਅਗਰ ਕਿਸੇ ਵੀ ਫਸਲ ਤੇ ਦੇਣੀ ਤਾਂ ਉਹਦਾ ਫਾਈਨੈਂਸ਼ੀਅਲ ਇੰਪਲੀਕੇਸ਼ਨ ਕੀ ਨੇ। ਲੇਕਿਨ ਹੁਣ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਸਿਰਫ 2 ਫਸਲਾਂ ਦੇ ਉੱਤੇ ਐਲਾਨੀਆਂ MSP ਦਿੱਤੀ ਆ ਕਿ ਆਪਾਂ ਝੋਨੇ ਦੀ ਫਸਲ ਚੋਂ ਹਟ ਜਾਈਏ ਤਾਂ ਕਿ ਪਾਣੀ ਜਿਹੜਾ ਪੰਜਾਬ ਦੀ ਧਰਤੀ ਥੱਲੇ ਪਾਣੀ ਆ ਉਹਨੂੰ ਬਚਾਇਆ ਜਾ ਸਕੇ। ਪਿਛਲੇ ਸਾਲ ਇਹਨਾਂ ਨੇ MSP ਦਿੱਤੀ ਸੀਗੀ ਮੂੰਗੀ ਦੇ ਉੱਤੇ 7275 ਰੁਪਏ। ਔਰ ਮੈਂ ਜਦੋਂ ਮੂੰਗੀ ਦੀ ਫਸਲ ਮਾਰਕੀਟ ਵਿੱਚ ਆਈ ਤਾਂ ਅਸੀਂ RTI ਰਾਹੀਂ ਪ੍ਰਾਪਤ ਕੀਤੀ ਸਾਰੀ ਇਨਫੋਰਮੇਸ਼ਨ, ਪਿਛਲੇ ਸਾਲ ਦੀ ਗੱਲ ਕਰ ਰਿਹਾ ਤਾਂ 90% ਜਿਹੜੀ ਸੀ ਮੂੰਗੀ ਦੀ ਫਸਲ ਉਹ MSP ਨਾਲੋਂ ਨੀਚੇ ਡਿਸਟ੍ਰਿਕਟ ਸੇਲ ਤੇ ਪ੍ਰਾਈਵੇਟ ਆੜਤੀਆਂ ਤੇ ਪ੍ਰਾਈਵੇਟ ਕਮਿਸ਼ਨ ਏਜੰਟਸ ਨੇ ਖਰੀਦੀ। ਸਿਰਫ 10% ਤੇ MSP ਦੇ ਸਕੇ। ਔਰ ਉਹਦਾ ਸਿੱਟਾ ਇਹ ਹੋਇਆ ਕਿ ਇਸ ਵਾਰ ਜਿਹੜੀ ਫਸਲ ਆ ਮੂੰਗੀ ਦੀ ਉਹ 77% ਫਸਲ ਘੱਟ ਬੀਜੀ ਕਿਸਾਨਾਂ ਨੇ। ਕਿਉਂਕਿ ਕਿਸਾਨ ਜਿਹੜਾ ਵਾ ਉਹ ਡਾਇਵਰਸਿਫਾਈ ਤਾਂਹੀਓ ਕਰੂਗਾ ਝੋਨੇ ਦੀ ਫਸਲ ਤੋਂ ਅਗਰ ਉਹਨੂੰ ਝੋਨੇ ਦੇ ਕਰੀਬੀ ਮੁੱਲ ਤਕਰੀਬਨ ਕਿਸੇ ਹੋਰ ਫਸਲ 'ਚ ਲੱਭੇ। ਸੋ ਹੁਣ ਕੀ ਹੋਇਆ ਕਿ ਐਤਕੀ ਇਹਨਾਂ ਨੇ MSP ਤਾਂ ਵਧਾ ਕੇ ਰੱਖ ਦਿੱਤੀ 7700 ਕੁਛ 75 ਰੁਪਏ। ਲੇਕਿਨ ਜਿਹੜੀ ਕਹਾਣੀ ਹੈ MSP ਦੀ ਉਹ ਫਿਰ ਸੇਮ ਉਹੀ ਆ
ਮਤਲਬ ਕਿ 5,500 6,000 ਨੂੰ ਕਰੀਬ ਮੂੰਗੀ ਦੀ ਫਸਲ ਜਿਹੜੀ ਉਹ ਇਸ ਵਾਰ ਪੰਜਾਬ ਸਰਕਾਰ ਨੇ ਖਰੀਦੀ। ਦੈਟ ਮੀਨਸ ਅਗੇਨ ਡਿਸਟ੍ਰੈਸ ਸੇਲ ਐਂਡ ਇਹਦੇ ਨਾਲ ਕੀ ਹੋਊਗਾ ਕਿ ਆਉਣ ਵਾਲੇ ਸਮੇਂ 'ਚ ਬਿਲਕੁਲ ਰਹਿੰਦਾ ਖੁੰਦਾ ਵੀ ਜਿਹੜਾ ਕੋਈ ਮੂੰਗੀ ਦਾ ਬੀਜਣਾ ਚਾਹੇਗਾ ਉਹ ਇਸ ਫਸਲ ਨੂੰ ਛੱਡ ਜਾਏਗਾ। ਦੂਸਰੀ ਫਸਲ ਤੁਸੀਂ ਜ਼ਿਕਰ ਕੀਤਾ ਮੱਕੀ ਦਾ। ਮੱਕੀ ਦੀ ਕੀਮਤ ਰੱਖੀ ਗਈ ਹੈ 2,090 ਰੁਪਏ MSP ਪੰਜਾਬ ਸਰਕਾਰ ਵੱਲੋਂ, ਲੇਕਿਨ ਉਹ ਵਿਕਰੀ ਹੈਗੀ ਆ ਐਨੀਵੇਅਰ ਬਿਟਵੀਨ 1,000 ਰੁਪਏ ਕੁਇੰਟਲ 1100-1200 ਲੈ ਕੇ 1,500 ਰੁਪਏ ਕੁਇੰਟਲ ਤੱਕ ਜਿਹੜੀ ਆ ਉਹ MSP ਮੱਕੀ ਦੀ ਫਸਲ ਦੇ ਉੱਤੇ ਸਰਕਾਰ ਦੇ ਪਾ ਰਹੀ ਆ ਕਰੰਟ ਸੀਜ਼ਨ ਵਿੱਚ ਜੀ। ਸੋ ਜਦ ਕਿਸਾਨਾਂ ਨੂੰ ਐਲਾਨ ਦੇ ਤੁਸੀਂ ਕੁਛ ਹੋ ਤੇ ਦਿਨੇ ਕੁਛ ਹੋ ਤਾਂ ਉਹ ਫਿਰ ਇੱਕ ਵੱਡਾ ਧੋਖਾ ਗਿਣਿਆ ਜਾਂਦਾ ਪੰਜਾਬ ਦੇ ਕਿਸਾਨਾਂ ਦੇ ਨਾਲ। ਤਾਈਓ ਕਿਸਾਨਾਂ ਨੂੰ ਜਥੇਬੰਦੀਆਂ ਨੂੰ ਐਜੀਟੇਟ ਕਰਨਾ ਪੈਂਦਾ ਵਾ। ਖਹਿਰਾ ਸਾਹਿਬ ਇੱਕ ਸਵਾਲ ਮੈਂ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਜ਼ਰੂਰ ਲੈਣਾ ਚਾਹਾਂਗਾ। ਦੇਖੋ ਕਿਸਾਨਾਂ ਨਾਲ ਧੋਖੇ ਦੀ ਗੱਲ, ਕਿਸਾਨ ਵੀ ਇਸ ਮਾਮਲੇ ਤੇ ਜਦੋਜਹਿਦ ਕਰ ਰਿਹਾ, ਤੁਸੀਂ ਵਜ੍ਹਾ ਫਰਮਾ ਰਹੇ ਹੋ। ਹੁਣ ਕਾਂਗਰਸ ਪਾਰਟੀ ਸਦਨ ਦੇ ਅੰਦਰ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੈ। ਜਦੋਂ ਇਹ ਹਸ਼ਰ ਹੋ ਰਿਹਾ ਹੈ ਤਾਂ ਮੁੱਖ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਵੀ ਤਾਂ ਕਿਧਰੇ ਬਣਦੀ ਹੈ ਖਹਿਰਾ ਸਾਹਿਬ ਕਿ ਇਸ ਮਾਮਲੇ ਤੇ ਸਰਕਾਰ ਨੂੰ ਘੇਰਿਆ ਜਾਵੇ, ਲੜਾਈ ਲੜੀ ਜਾਵੇ। ਕਿਉਂ ਧੋਖਾ ਕੀਤਾ ਜਾ ਰਿਹਾ ਕਿਸਾਨਾਂ ਨਾਲ? ਦੇਖੋ ਮੈਂ ਤਾਂ ਆਲਰੇਡੀ ਅੱਜ ਇਮੀਡੀਏਟਲੀ ਜਦ ਖਬਰਾਂ ਆ ਰਹੀਆਂ ਨੇ ਕਿ ਜਿਹੜੀ ਫਸਲ ਹੈ ਉਹ MSP ਤੇ ਨਹੀਂ ਖਰੀਦੀ ਜਾ ਰਹੀ ਤਾਂ ਤੁਰੰਤ ਅੱਜ ਹੀ ਰਿਐਕਟ ਕੀਤਾ ਵਾ। ਇਹ ਨਹੀਂ ਕਿ ਅਸੀਂ ਕੋਈ ਉਸ ਗੱਲ ਨੂੰ ਲੇਟ ਕੀਤਾ। ਮੈਂ ਵੀ ਵਿਰੋਧੀ ਧਿਰ ਦਾ ਹੀ ਆਗੂ ਗਿਣਿਆ ਜਾਣਾ। ਹਾਂ ਇੱਕ ਗੱਲ ਹੈ ਮੇਰੇ ਔਰ ਜਿਹੜੇ ਦੂਸਰੇ ਕਾਂਗਰਸ ਦੇ ਲੀਡਰਸ ਨੇ ਉਹਦੇ 'ਚ ਥੋੜਾ ਜਿਹਾ ਅੰਤਰ ਇਹ ਹੈ ਕਿ ਮੈਨੂੰ ਬਿਲਕੁਲ ਬਲੈਕਆਊਟ ਕੀਤਾ ਹੋਇਆ ਪ੍ਰੈਜ਼ੈਂਟ ਜਿਹੜਾ ਹੈ ਐਸਟੈਬਲਿਸ਼ ਮੀਡੀਆ ਹੈ, ਚਾਹੇ ਉਹ ਪ੍ਰਿੰਟ ਮੀਡੀਆ ਅਖਬਾਰਾਂ ਨੇ, ਚਾਹੇ ਉਹ ਜਿਹੜਾ ਪ੍ਰਚਲਿਤ ਇਲੈਕਟ੍ਰੋਨਿਕ ਮੀਡੀਆ। ਚਲੋ ਖਹਿਰਾ ਸਾਹਿਬ ਅਸੀਂ ਤਾਂ ਬੇਨਤੀ ਕਰਕੇ ਲਿਆ ਆਪਣੇ ਚੈਨਲ ਤੇ, ਰਿਕੁਐਸਟ ਕਰਕੇ ਲਿਆਂਦਾ ਹੈ। ਉਹ ਤੁਹਾਡੀ ਮਿਹਰਬਾਨੀ। ਮੈਨੂੰ ਪਤਾ ਹਾਲੇ ਵੀ ਕੁਝ ਚੈਨਲ ਇਸ ਤਰ੍ਹਾਂ ਦੇ ਨੇ ਜਿਹੜੇ ਬਿਲਕੁਲ ਕੀ ਕਹਿੰਦੇ ਇਨਸਾਫ ਪਸੰਦ ਨੇ ਔਰ ਬਿਲਕੁਲ ਸਰਕਾਰ ਦੇ ਅੱਗੇ ਨਹੀਂ ਝੁਕੇ। ਬਹੁਤ ਸਾਰੀਆਂ ਅਖਬਾਰਾਂ ਵੀ ਇਸ ਤਰ੍ਹਾਂ ਦੀਆਂ ਹੈਗੀਆਂ। ਆਪਾਂ ਪਿਛਲੇ ਦਿਨਾਂ 'ਚ ਅਜੀਤ ਅਖਬਾਰ ਦਾ ਦੇਖਿਆ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਆਮ ਟਵਿਸਟ ਕੀਤਾ ਜਾ ਰਿਹਾ, ਕਿੱਦਾਂ ਉਹਨਾਂ ਦੇ ਇਸ਼ਤਿਹਾਰ ਬੰਦ ਕੀਤੇ ਜਾ ਰਹੇ, ਵਿਕਟਮਾਈਜ਼ ਕੀਤਾ ਜਾ ਰਿਹਾ। ਬਹੁਤ ਸਾਰੇ ਚੈਨਲ ਸਰਕਾਰ ਨੇ ਬਲੌਕ ਕੀਤੇ, ਡਰਾਇਆ, ਧਮਕਾਇਆ। ਪਰ ਮੇਰਾ ਕਹਿਣ ਦਾ ਮਤਲਬ ਸੀਗਾ ਕਿ ਪਬਲਿਕ ਡੋਮੇਨ 'ਚ ਗੱਲ ਕਈ ਵਾਰ ਇਸ ਕਰਕੇ ਨਹੀਂ ਨਜ਼ਰ ਆਉਂਦੀ ਤੇ ਮੈਂ ਤਾਂ ਇਮੀਡੀਏਟਲੀ ਰਿਐਕਟ ਕਰਦਾ ਵਾਂ। ਜਿਹੜੇ ਮੀਡੀਆ ਦੇ ਅਵੇਲੇਬਲ ਪਲੇਟਫਾਰਮ, ਹਾਂ ਇਸ ਤੋਂ ਬਾਅਦ ਅਸੀਂ ਆਪਣੀ ਪਾਰਟੀ 'ਚ ਰੱਖਾਂਗੇ ਮਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਲੋੜ ਪਈ ਤਾਂ ਜ਼ਮੀਨੀ ਅੰਦੋਲਨ ਜਾਂ ਜ਼ਮੀਨੀ ਐਜੀਟੇਸ਼ਨ ਜਿਹੜੀ ਆ ਉਹ ਵੀ ਕੀਤੀ ਜਾਵੇਗੀ। ਬਹੁਤ ਮਿਹਰਬਾਨੀ ਖਹਿਰਾ ਸਾਹਿਬ। ਤੁਸੀਂ ਕਹਿ ਰਹੇ ਕਿ ਜ਼ਮੀਨੀ ਅੰਦੋਲਨ ਜਾਂ ਹਕੀਕਤਾਂ ਦਾ ਤੁਸੀਂ ਜਦੋਂ ਜ਼ਿਕਰ ਕਰ ਰਹੇ, ਇੱਕ ਸਵਾਲ ਮੈਂ ਹੋਰ ਜਿਹੜਾ ਬਾਕੀ ਮਹਿਮਾਨ ਵੀ ਇਹਨਾਂ ਮੁੱਦਿਆਂ ਤੇ ਜੁੜੇ ਹੋਏ ਉਹਨਾਂ ਤੋਂ ਵੀ ਸਵਾਲ ਲੈਣਾ ਚਾਹਾਂਗੇ ਕਿ ਆਉਣ ਵਾਲੇ ਦਿਨਾਂ 'ਚ ਅਗਰ ਕਿਸਾਨ ਇਸ ਮਾਮਲੇ ਤੇ ਕੋਈ ਅੰਦੋਲਨ ਕਰਦੇ ਆ, ਜਦੋਜਹਿਦ ਕਰਦੇ ਆ, ਕਿਸਾਨ ਆਗੂ ਵੀ ਆਪਣੇ ਨਾਲ ਜੁੜੇ ਹੋਏ ਆ ਕਿਉਂਕਿ ਸਾਰੇ ਪੰਜਾਬ ਦੇ ਕਿਸਾਨਾਂ ਦੀ ਕਿਸਮਤ ਦਾ ਹੋਣੀ ਦਾ ਸਵਾਲ ਹੈਗਾ, ਤਾਂ ਕਾਂਗਰਸ ਜਿਹੜਾ ਹੈਗਾ ਉਸ ਅੰਦੋਲਨ ਦੇ ਨਾਲ ਖੜੀ ਹੋਏਗੀ? ਅਸੀਂ ਤਾਂ ਹਮੇਸ਼ਾ, ਮੈਂ ਤਾਂ ਪਿਛਲੀ ਵਾਰ ਵੀ ਜਦੋਂ ਫਾਰਮਰਸ ਦੀ ਐਜੀਟੇਸ਼ਨ ਦਿੱਲੀ ਵਿੱਚ ਹੋਈ ਜੀ ਸਪੈਸੀਫਿਕਲੀ ਜਿੰਨੇ ਅਸੀਂ ਹਿੱਸਾ ਪਾ ਸਕਦੇ ਉਹ ਡੈਫੀਨਿਟਲੀ ਪਾਇਆ ਵਾ। ਇਹ ਆਪਣੀ ਜਗ੍ਹਾ ਤੇ ਕੇਰੀ ਦਾ ਹੁੰਦਾ ਨਾ ਕਿ ਨਾਨ ਪੋਲੀਟੀਕਲ ਆਰਗੇਨਾਈਜੇਸ਼ਨਸ ਆ, ਇਹ ਨਹੀਂ, ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਦੀ ਕੋਈ ਐਜੀਟੇਸ਼ਨ ਡਿਸਟਰਬ ਹੋਵੇ। ਇਹ ਆਪਣੀ ਕਰਨਗੇ। ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੇ ਜਿਹੜੀਆਂ ਧੋਖਾ ਧੜੀ ਹੋ ਰਹੀ ਕਿਸਾਨ ਦੇ ਨਾਲ, ਇਹਦੇ ਤੇ ਅਸੀਂ ਡੈਫੀਨਿਟਲੀ ਐਜੀਟੇਟ ਕਰਾਂਗੇ। ਔਰ ਅਫਸੋਸ ਹੈ ਕਿ ਜਿਹੜੀ ਪਾਰਟੀ ਬਦਲਾਵ ਕਰਦੀ ਸੀ, ਜਿਹੜੀ ਕਿਸਾਨੀ ਅੰਦੋਲਨ ਵਿੱਚ ਮੋਹਰੇ ਹੋ ਕੇ ਦਿਖਾਉਂਦੀ ਸੀ ਕਿ ਅਸੀਂ ਬਹੁਤ MSP ਦੀ ਲੜਾਈ ਲੜਾਂਗੇ, ਹੁਣ ਸੱਤਾ ਆਉਣ ਦੇ ਉੱਤੇ ਆਪਣੀ ਸਰਕਾਰ ਵਿੱਚ ਹੀ MSP ਦੇਣ 'ਚ ਨਾਕਾਮਯਾਬ ਹੋ ਰਿਹਾ। ਔਰ ਇਕੱਲਾ MSP ਨਹੀਂ, ਜਿਹੜਾ ਫਸਲਾਂ ਦਾ ਖਰਾਬਾ ਹੋਇਆ ਪਿਛਲੇ ਸਾਲ, ਚਾਹੇ ਉਹ ਨਰਮੇ ਦੀ ਫਸਲ ਹੈਗੀ ਆ, ਚਾਹੇ ਪਿਛਲੇ ਸਾਲ ਦਾ ਝੋਨਾ ਤੇ ਚਾਹੇ ਆਹ ਸਾਲ ਦੀ ਕਣਕ। ਤੁਹਾਨੂੰ ਯਾਦ ਹੋਗਾ ਕਹਿੰਦੇ ਸੀ ਵਿਸਾਖੀ ਤੋਂ ਪਹਿਲਾਂ ਅਸੀਂ ਅਕਾਊਂਟਸ ਵਿੱਚ ਪੈਸੇ ਪਾ ਦਿਆਂਗੇ, ਇੱਕ ਨਵਾਂ ਪੈਸਾ ਚੱਜ ਦਾ ਕਿਸੇ ਕਿਸਾਨ ਨੂੰ ਕੰਪਨਸੇਟ ਨਹੀਂ ਕੀਤਾ। ਥੈਂਕ ਯੂ ਵੈਰੀ ਮਚ ਖਹਿਰਾ ਸਾਹਿਬ, ਬਹੁਤ ਮਿਹਰਬਾਨੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੇਰ ਸਾਹਿਬ ਇਸੇ ਮਾਮਲੇ ਤੇ ਆਪਾਂ ਜਿਸ ਮਾਮਲੇ ਤੇ ਖਹਿਰਾ ਸਾਹਿਬ ਆਪਣੇ ਪਾਰਟੀ ਦੇ ਲਹਿਜ਼ੇ ਨਾਲ ਜ਼ਿਕਰ ਕਰ ਰਹੇ ਹੈ, ਕਿਸਾਨਾਂ ਨੂੰ ਕਿਉਂ ਵੱਡਾ ਅੰਦੋਲਨ ਜਾਂ ਜਦੋਜਹਿਦ ਕਰਨੀ ਪੈ ਰਹੀ ਹੈ ਜਦੋਂ ਸਰਕਾਰਾਂ ਸੱਤਾ 'ਚ ਨਹੀਂ ਹੁੰਦੀਆਂ, ਜਾਣੀ ਪੋਲੀਟੀਕਲ ਪਾਰਟੀਆਂ ਦਾ ਆਪਾਂ ਜ਼ਿਕਰ ਕਰਦੇ ਹਾਂ, ਉਦੋਂ ਜਿਹੜੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਤੇ ਸੱਤਾ 'ਚ ਆਉਣ ਤੋਂ ਬਾਅਦ ਹੁਣ ਜੇ ਫਸਲਾਂ ਦੇ ਖਰਾਬੇ ਦੀ ਗੱਲ ਕਰ ਲਈਏ, ਮੂੰਗੀ ਦੀ ਗੱਲ ਕਰ ਲਈਏ, ਮੱਕੀ ਦੀ ਗੱਲ ਕਰ ਲਈਏ, ਘੱਟੋ ਘੱਟ ਸਹਾਇਕ ਕੀਮਤ ਦੀ ਗੱਲ ਕਰ ਲਈਏ, ਕਿੱਥੇ ਖੜੀ ਹੈ ਲੜਾਈ ਇਸ ਵੇਲੇ ਆ ਕੇ ਪਨੇਰ ਸਾਹਿਬ? ਆ ਦੇਖੋ ਡੀ ਵੱਡਾ ਮੈਂਡੇਟ ਮਿਲਿਆ ਮੌਜੂਦਾ ਸਰਕਾਰ ਨੂੰ, ਔਰ ਜਿੱਦਾਂ ਉਹਨਾਂ ਨੇ ਇੱਕ ਨੈਰੇਟਿਵ ਸੈਟ ਕੀਤਾ ਆਪਣੇ ਮੋਰਾਲ ਦਾ, ਪਿਛਲੀਆਂ ਸਮੇਂ ਦੀਆਂ ਹਾਕਮਾਂ ਨੂੰ ਕੋਸਿਆ, ਜੋ ਅਸੀਂ ਹੁਣ ਵੇਖਦੇ ਆ ਲਗਭਗ 1.5 ਸਾਲ, ਉਹ ਕਿਧਰੇ ਵੀ ਨਜ਼ਰ ਨਹੀਂ ਆਉਂਦਾ ਸਰ ਜੀ।
ਭਾਵੇਂ ਨੂੰ ਵੀ ਹੱਥ ਵਡਾਉਣਾ ਚਾਹੀਦਾ, ਪਰ ਇਹਦੇ ਮੁਕਾਬਲੇ ਖਹਿਰਾ ਸਾਹਿਬ ਨੇ ਕੁਝ ਕਰ ਲਈ ਵੀ ਸ਼ਾਇਦ ਸੂਬਿਆਂ ਕੋਲੇ ਏਡੇ ਵੱਡੇ ਫੰਡ ਦੀ ਗੱਲ ਆਉਂਦੀ ਹੈ, ਜਦੋਂ ਫੰਡ ਦੀ ਗੱਲ ਆਉਂਦੀ ਹੈ ਕਿ ਉਹ ਹਰ ਫਸਲ ਤੇ ਕਿਸਾਨ ਨੂੰ ਐਮਐਸਪੀ ਦੇ ਸਕਣ। ਪਰ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ, ਕਈ ਵਾਰੀ ਡਿਬੇਟ ਦੇ ਵਿੱਚ ਉਹ ਗੱਲਾਂ ਹੁੰਦੀਆਂ ਨਹੀਂ ਹੈਗੀਆਂ ਵੀ ਅਸੀਂ ਕਹਿੰਦੇ ਆ ਤੁਸੀਂ ਕੇਰਲਾ ਨੂੰ ਦੇਖ ਲਓ, 17 ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਦੇ ਰਹੇ ਆ। ਵਿਰੋਧੀ ਧਿਰਾਂ ਵੀ ਬਦਕਿਸਮਤੀ ਦਾ ਕਹਿ ਕੇ ਗੱਲਾਂ ਨਹੀਂ ਚੱਕਦੀਆਂ ਹੈਗੀਆਂ। ਅਸੀਂ ਹਰਿਆਣੇ 'ਚ ਲੜੇ, ਪਿਪਲੀ ਦੇ ਵਿੱਚ ਉਹਨਾਂ ਨੂੰ ਸੂਰਜਮੁਖੀਆ ਪੂਰੇ ਰੇਟ ਤੇ ਖਰੀਦਣ ਲਈ ਮਜਬੂਰ ਕਰ ਦਿੱਤਾ। ਤਾਂ ਫਿਰ ਭਗਵੰਤ ਮਾਨ ਸਰਕਾਰ, ਜਿਨ੍ਹਾਂ ਨੇ ਵੱਡਾ ਹਿੱਸਾ ਕਿਸਾਨਾਂ ਕੋਲ ਵੋਟਾਂ ਲਈਆਂ ਨੇ, ਤਾਂ ਉਹਨਾਂ ਦੇ ਰਾਜ ਵਿੱਚ ਮੱਕੀ ਰੁਲ ਗਈ, ਰੁਲ ਨਹੀਂ ਰਹੀ, ਕੋਈ ਥੋੜੀ ਰਹਿ ਗਈ ਹੋਣੀ ਆ ਹੁਣ। ਤਾਂ ਖਹਿਰਾ ਸਾਹਿਬ 1500 ਕਹਿ ਰਹੇ, ਸਾਡੇ ਕੋਲ ਤਾਂ 800 ਰੁਪਏ ਤੇ ਵੀ ਵਿਕੀ ਆ, 800 ਰੁਪਏ ਤੇ ਵੀ ਵਿਕੀ ਆ ਮੱਕੀ, ਮਤਲਬ ਉਹਦਾ ਰੇਟ ਹੀ ਕੋਈ ਨਹੀਂ ਹੈ, ਮਤਲਬ ਲੋਟਲੀ ਮਿੱਟੀ ਦੇ ਭਾਅ ਚਲੇਗੀ। ਮੂੰਗੀ ਆਈ ਖੜੀ ਆ, ਉਹ ਵੀ ਵਿਕਦੀ ਨਹੀਂ ਹੈ ਜੋ ਸਾਨੂੰ ਲੱਗ ਰਿਹਾ। ਤਾਂ ਮੈਂਡੇਟ ਲੈ ਕੇ ਆਇਆ ਉਹਨਾਂ ਕੋਲ, ਇੱਕ ਤਾਂ ਹੈਗਾ ਸਾਨੂੰ ਮੌਜੂਦਾ ਸਮੇਂ ਵਿੱਚ ਫਸਲ ਦਾ ਰੇਟ ਨਹੀਂ ਮਿਲ ਰਿਹਾ। ਤੁਸੀਂ ਦੇਖੋ, ਸਭ ਤੋਂ ਵੱਡੀ ਗੱਲ, ਉਹਨਾਂ ਕੋਲੇ ਕੋਈ ਪਾਲਿਸੀ ਨਹੀਂ ਹੈਗੀ। ਉਹ ਕਹਿੰਦੇ ਸੀ ਮਾਰਚ ਦੇ ਵਿੱਚ ਖੇਤੀ ਤੇ ਪਾਲਿਸੀ ਲੈ ਆਵਾਂਗੇ, ਖੇਤੀਬਾੜੀ ਮੰਤਰੀ ਜਿਹੜੇ ਹੁਣ ਬਦਲ ਦਿੱਤੇ ਆ, ਵੀ ਅਸੀਂ ਰਾਹ ਲੱਭਾਂਗੇ ਵੀ ਇਹ ਰਾਹ ਤੇ ਚੱਲ ਕੇ ਖੇਤੀ ਦਾ ਉਤਾਰਾ ਕਰ ਦੇਣਾ। ਜਿਹੜੇ 1.5 ਸਾਲ ਦੇ ਵਿੱਚ ਖੇਤੀ ਨੀਤੀ ਨਹੀਂ ਸਕੇ, ਉਹਨਾਂ ਕੋਲੇ ਕੀ ਆਸ ਰੱਖ ਲਈਏ ਵੀ ਉਹ ਗਾਂ ਕੁਝ ਕਰ ਦੇਣਗੇ। ਤੇ ਇੱਕ ਕਿਸਮ ਦੀ ਕਿਸਾਨ ਦੀ ਜੇ ਕੇਂਦਰ ਨੇ ਬਾਂਹ ਮਰੋੜੀ ਆ, ਪੰਜਾਬ ਵਾਲਿਆਂ ਨੇ ਵੀ ਘੱਟ ਨਹੀਂ ਕੀਤੀ ਸਾਡੇ ਨਾਲ। ਤਾਂ ਸਾਨੂੰ ਮਜਬੂਰ ਕੀਤਾ ਜਾ ਰਿਹਾ ਤਿੱਖੇ ਅੰਦੋਲਨਾਂ ਲਈ। ਔਰ ਜਿਹੜੀ ਆਪ ਸਾਨੂੰ ਪ੍ਰਚਾਰ ਪ੍ਰਸਾਰ ਕਰਕੇ ਸਮਝਾਉਂਦੇ ਸੀ ਵੀ ਬਦਲਵੀਂ ਵਿਭਿੰਨਤਾ ਵਾਲੀ ਖੇਤੀ ਲਿਆਓ। ਠੀਕ ਹੈ, ਮੂੰਗੀ ਤਾਂ ਬਹੁਤ ਘੱਟ ਪਾਣੀ ਪੀਂਦੀ ਆ, ਮੱਕੀ ਚਲੋ ਥੋੜਾ ਪੀਂਦੀ ਆ। ਹੁਣ ਕਣਕ ਝੋਨੇ ਦੇ ਚੱਕਰ ਚੋਂ ਨਿਕਲਾਂਗੇ ਕਿਵੇਂ? ਇੱਕ ਬੰਨੇ ਖਬਰਾਂ ਛਪਦੀਆਂ ਵੀ ਨਥਾਣਾ ਬਲਾਕ ਦੇ 180 ਬੋਰ ਪਾਣੀ ਛੱਡ ਕੇ, ਇਹ ਗਾਂ 30 ਸਾਲਾਂ ਨੂੰ ਪੰਜਾਬ ਦੇ ਵਿੱਚ ਪਾਣੀ ਨਹੀਂ ਰਹਿਣਾ, ਸਾਰਾ ਕਿਸਾਨਾਂ ਦੇ ਭੰਨਿਆ ਜਾ ਰਿਹਾ। ਤੇ ਮੈਨੂੰ ਲੱਗਦਾ ਵੀ ਜਿਹੜੇ ਕਿਸਾਨ ਇਹੋ ਜਿਹੀਆਂ ਫਸਲਾਂ ਬੀਜਦੇ ਨੇ, ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ, ਉਹਨਾਂ ਦੀ ਵਿਸ਼ੇਸ਼ ਮੰਡੀ ਹੋਣੀ ਚਾਹੀਦੀ ਆ। ਪੰਜਾਬ ਸਰਕਾਰ ਨੂੰ ਯਤਨ ਕਰੇ, ਐਮਐਸਪੀ ਗਰੰਟੀ ਕਾਨੂੰਨ ਬਣ ਸਕਦਾ ਵਾ। ਐਮਐਸਪੀ ਗਰੰਟੀ ਕਾਨੂੰਨ ਦੇ ਵਿੱਚ ਫਸਲ ਖਰੀਦਣਾ ਹੋਰ ਮੁੱਦਾ ਹੁੰਦਾ ਵਾ, ਉਹਦੇ ਵਿੱਚ ਕੋਈ ਵੀ ਪ੍ਰਾਈਵੇਟ ਪਰਚੇਜਰ ਆ, ਉਹਨੂੰ ਮਜਬੂਰ ਕੀਤਾ ਜਾਵੇ ਵੀ ਜਿਹੜਾ ਸਰਕਾਰ ਨੇ ਰੇਟ ਤੈਅ ਕੀਤਾ ਉਦੋਂ ਹੇਠੋਂ ਨਾ ਖਰੀਦੂਗਾ। ਇਹ ਕਰਕੇ ਵਿਖਾ ਰਿਹਾ ਵਾ, ਔਰ ਬਹੁਤ ਸਾਰੇ ਯੂਰਪ ਮੁਲਕਾਂ 'ਚ ਵੀ ਚੱਲ ਰਿਹਾ ਹੈਗਾ। ਦੁੱਖ ਦੀ ਗੱਲ ਆ ਵੀ ਪਰ ਪੰਜਾਬ ਸਰਕਾਰ ਜੋ ਵੀ ਉਹਨਾਂ ਨੇ ਪਿਛਲੇ ਸਮੇਂ 'ਚ ਵਾਅਦੇ ਕੀਤੇ, ਔਰ ਜੋ ਮੌਜੂਦਾ ਸਮੇਂ 'ਚ ਅਸੀਂ ਦੇਖ ਰਹੇ ਹਾਂ, ਸੰਕਟ ਆ ਤਾਂ ਐਮਐਸਪੀ ਦਾ ਸੰਕਟ ਹੈ ਨਾ, ਆ ਬਰਸਾਤ ਨਾ ਹੁੰਦੀ ਤਾਂ ਬਿਜਲੀ ਵਾਲਾ ਸੰਕਟ, ਮੁਲਾਜ਼ਮ ਕੋਈ ਨਹੀਂ ਹੈਗਾ, ਕੋਈ ਸੰਕਟ ਤੋਂ ਪੂਰੇ ਨਹੀਂ ਉਤਰ ਨਹੀਂ ਰਹੇ ਹੈਗੇ। ਦੁੱਖ ਦੀ ਗੱਲ ਆ, ਮਜਬੂਰ ਕਰ ਰਹੇ ਅੰਦੋਲਨ ਕਰ ਲਈ ਤਾਂ ਕਿਸਾਨਾਂ ਦੀ ਬਾਂਹ ਫੜਨੀ ਆ, ਔਰ ਅੰਦੋਲਨ ਕਰਾਂਗੇ ਆਉਣ ਵਾਲੇ ਸਮੇਂ 'ਚ। ਤੇ ਜੀ ਪੰਦੇਰ ਸਾਹਿਬ, ਮਿਹਰਬਾਨੀ, ਤੁਸੀਂ ਬਣੇ ਰਹੋ, ਮੈਂ ਫੇਰ ਆਣਾ ਇਸੇ ਮੁੱਦੇ ਤੇ। ਡਾਕਟਰ ਸਾਹਿਬ, ਇਸ ਮਾਮਲੇ ਨੂੰ ਲੈ ਕੇ ਤੁਹਾਡੇ ਤੋਂ ਵੀ ਇਹ ਸਵਾਲ, ਵੱਡੇ ਮਾਮਲੇ ਆ, ਪੰਜਾਬ ਸਰਕਾਰ ਨੇ ਤਾਂ ਵਾਅਦੇ ਕੀਤੇ, ਉਹਨਾਂ ਵਾਅਦਿਆਂ ਤੇ ਖਰੀ ਉਤਰਦੀ ਨਜ਼ਰ ਨਹੀਂ ਆ ਰਹੀ। ਤੁਸੀਂ ਕਿਸਾਨ ਆਗੂ ਨੂੰ ਵੀ ਸੁਣਿਆ ਹੈ, ਪਰ ਉਹ ਵੀ ਕਹਿੰਦੇ ਵੀ ਕੇਂਦਰ ਨੇ ਤਾਂ ਬਾਂਹ ਮਰੋੜੀ ਹੈ ਤੇ ਪੰਜਾਬ ਵਾਲੇ ਵੀ ਉਹੀ ਕੰਮ ਕਰ ਰਹੇ ਆ। ਸੋ ਕੇਂਦਰ ਦੀ ਬਾਂਹ ਮਰੋੜੀ ਵੀ ਨਹੀਂ ਭੁੱਲਦਾ ਕਿਸਾਨ। ਦੇਖੋ, ਮੈਨੂੰ ਸਮਝ ਨਹੀਂ ਆਉਂਦੀ ਕਿ ਕੇਂਦਰ ਮਗਰ ਕਿਉਂ ਪੈ ਜਾਂਦੇ ਆ। ਕੇਂਦਰ ਨੇ ਕੀ ਬਾਂਹ ਮਰੋੜੀ ਆ? ਕੇਂਦਰ ਨੇ ਪਿਛਲੇ 5-6 ਸਾਲਾਂ 'ਚ ਹਰ ਬੜੇ ਤਕਰੀਬਨ 14 ਲੱਖ ਕਿਸਾਨਾਂ ਨੂੰ ਪੰਜਾਬ ਦੇ ਵਿੱਚ 6000 ਰੁਪਇਆ ਪ੍ਰਤੀ ਵਰੇ ਉਹਨਾਂ ਦੇ ਖਾਤਿਆਂ 'ਚ ਪੈ ਰਿਹਾ ਵਾ। ਇਹਨਾਂ ਨੂੰ ਫਸਲੀ ਬੀਮਾ ਯੋਜਨਾ ਦਿੱਤੀ, ਝੋਨੇ ਦੇ ਤੇ ਕਣਕ ਦੇ ਜਿਹੜੇ ਰੇਟ ਸੀਗੇ ਉਹ ਤਕਰੀਬਨ 3 ਗੁਣਾ ਕਰਕੇ ਐਮਐਸਪੀ ਉਹਦਾ ਕਿੰਨਾ 3 ਗੁਣਾ ਤਕਰੀਬਨ ਕਰ ਛੱਡਿਆ। ਹੁਣ ਦੇਖੋ, 1,80,000 ਕਰੋੜ ਰੁਪਇਆ ਹਰ ਵਰੇ ਕੇਂਦਰ ਐਮਐਸਪੀ ਤੇ ਫਸਲ ਜਿਹੜੀ ਆ ਚੁੱਕ ਰਿਹਾ, ਤੇ ਕਿਸਾਨਾਂ ਨੂੰ ਜੋ ਵੀ ਖੇਤੀਆਂ ਦੇ ਵਿੱਚ ਅਦਾਇਗੀ ਹੋ ਰਹੀ ਹੈ ਤੇ ਇਹਨਾਂ ਦੀ ਕੇਂਦਰ ਇਹਨਾਂ ਦੀ ਵਾਹ ਨਹੀਂ ਪਾ ਰਿਹਾ। ਪਰ ਮੈਂ ਦੇਖੋ ਮੈਂ ਗੱਲ ਕੀ ਹੈ ਸਿੱਧੂ ਸਾਹਿਬ, ਜਿਹੜੇ ਕਹਿੰਦੇ ਸੀ ਆਵਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ, ਆਹ ਕਹਿੰਦੇ ਸੀਗੇ ਕਿ 23 ਫਸਲਾਂ ਤੇ ਅਸੀਂ ਐਮਐਸਪੀ ਦੇਵਾਂਗੇ। ਆਹ ਭਗਵੰਤ ਮਾਨ ਹੋਣਾ ਦੀ, ਕੇਜਰੀਵਾਲ ਸਾਹਿਬ ਦੀ ਸਪੈਸ਼ਲ ਜਿਹੜੀ ਆ ਸਾਰ ਇਲੈਕਸ਼ਨ ਕੈਂਪੇਨ ਚ ਇਹਨਾਂ ਨੇ ਕਿਹਾ ਸੀ, ਕੀਤਾ ਕਰਾਇਆ ਇਹਨਾਂ ਨੇ ਕੀ
ਪਿਛਲੀ ਵਾਰੀ ਇਹਨਾਂ ਨੇ ਕਿਹਾ ਜੀ ਮੂੰਗੀ ਬੀਜੋ, ਮੂੰਗੀ ਦੀ ਫਸਲ ਜਿਹੜੀ ਹੈ ਕਿੰਨਾ ਰੋਣੀ ਆ 700 ਰੁਪਏ MSP ਜਿੱਤੇ ਉਹਨਾਂ ਨੇ ਅਨਾਉਂਸ ਕੀਤਾ ਤੇ ਕਿਸਾਨਾਂ ਨੂੰ 4500 ਰੁਪਏ ਬੜੀ ਮੁਸ਼ਕਲ ਜਾ ਕੇ ਕਿਤੇ ਵਿਕੀ। ਨਰਮੇ ਦਾ ਕੀ ਹਾਲ ਹੋਇਆ, ਸਰੋਂ ਦਾ ਕੀ ਹਾਲ ਹੋਇਆ। ਇਸ ਵਕਤ ਪੰਜਾਬ ਜਿਵੇਂ ਮੈਂ ਤੋਂ ਪਹਿਲਾਂ ਬੁਲਾਰੇ ਬੋਲ ਰਹੇ ਸੀਗੇ ਕਿ ਪੰਜਾਬ ਸਰਕਾਰ ਕੋਲ ਕੋਈ ਵੀ ਪਲਾਨ ਕਿਸਾਨਾਂ ਵਾਸਤੇ ਹੈ ਨਹੀਂ। ਆਹ ਤੇ ਕਿਸਾਨ ਮਾਰੂ ਸਰਕਾਰ ਜਿਹੜੀ ਆ ਸਾਬਤ ਹੋ ਰਹੀ ਆ। ਇੱਕ ਸਵਾਲ ਜਿਹੜਾ ਆ ਡਾਕਟਰ ਸੋਈ ਇੱਕ ਸਵਾਲ ਜਿਹੜਾ ਡਾਕਟਰ ਸੋਈ ਜੀ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਇੱਕ ਸਵਾਲ ਜਿਹੜਾ ਹੈਗਾ ਡਾਕਟਰ ਸੋਈ ਆਵਾਜ਼ ਆ ਰਹੀ ਹੈ? ਆ ਰਹੀ ਹੈ ਜੀ ਜੀ ਡਾਕਟਰ ਸੋਈ ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਵੱਡੇ ਵਿੱਤੀ ਸੰਕਟ 'ਚ ਘਿਰੇ ਹੋਏ ਹਾਂ। 5000 ਕਰੋੜ ਰੁਪਇਆ ਕਹਿੰਦੇ GST ਦਾ ਬਕਾਇਆ ਪਿਆ ਸਾਡਾ ਕੇਂਦਰ ਵੱਲ। ਜੇ ਉਹ ਆ ਜੇ ਤਾਂ ਕਹਿੰਦੇ ਅਸੀਂ ਮਾਲੋ ਮਾਲ ਹੋ ਸਕਦੇ ਹਾਂ, ਕਿਸਾਨਾਂ ਦੇ ਵੀ ਰੇਟ ਦੇ ਦਿਆਂਗੇ, ਬਾਕੀ ਵੀ ਕੰਮ ਕਰ ਲਾਂਗੇ। ਉਹ ਕਹਿੰਦੇ ਕੇਂਦਰ ਨੇ ਸਕੰਜਾ ਕੱਸਿਆ ਵਾ, ਪੰਜਾਬ ਵਾਲੇ ਇਹ ਕਹਿ ਰਹੇ ਆ। ਹੁਣ ਮੇਰੀ ਗੱਲ ਸੁਣ ਲਓ ਧਿਆਨ ਨਾਲ ਸਿੱਧੂ ਸਾਹਿਬ। ਕਹਿੰਦੇ ਸੀਗੇ ਜਦੋਂ ਉਹਨਾਂ ਨੇ ਇਹਨੂੰ ਪੁੱਛੇ ਜਾਂਦੇ ਸੀਗੇ ਸਵਾਲ ਕਿ ਤੁਸੀਂ ਇੰਨਾ ਫ੍ਰੀ ਬੀਜ ਜਿਹੜਾ ਵਾ ਅਨਾਉਂਸ ਕਰ ਰਹੇ ਜੇ ਤਾਂ ਪੂਰੇ ਕਿੱਥੋਂ ਕਰੋਗੇ? 30,000 ਰੁਪਇਆ ਔਰਤਾਂ ਨੂੰ ਦੇਣਾ ਮੈਂ, ਫ੍ਰੀ ਬਿਜਲੀ ਦੇਣੀ ਆ, ਪੂਰੇ ਕਿੱਥੋਂ ਕਰੋਗੇ? ਇਹਨਾਂ ਦੇ ਜਵਾਬ ਹੁੰਦੇ ਸੀਗੇ ਕਿ ਦੇਖੋ ਜੀ 20,000 ਕਰੋੜ ਰੁਪਇਆ ਅਸੀਂ ਰੇਤਾ ਚੋਂ ਕਮਾਵਾਂਗੇ, 40,000 ਕਰੋੜ ਰੁਪਇਆ ਰਿਸ਼ਵਤ ਚੋਂ ਕਮਾਵਾਂਗੇ। ਦੇਖੋ ਕੁਐਸਚਨ ਕੀ ਹੁੰਦਾ ਹੈਗਾ, ਇਹਨਾਂ ਨੇ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਕਰ ਲਈ, ਇਹਨਾਂ ਨੂੰ ਗਵਰਨੈਂਸ ਆਉਂਦੀ ਹੈ ਨਹੀਂ ਸਿੱਧੂ ਸਾਹਿਬ, ਇਸ ਕਰਕੇ ਸਾਰਾ ਮਿਸਮੈਨੇਜਮੈਂਟ ਹੋਈ ਹੋਈ ਹੈ। ਪੰਜਾਬ ਬੜੇ ਹੀ ਮਾਰੇ ਤੋੜ ਦੇ ਵਿੱਚੋਂ ਗੁਜ਼ਰ ਰਿਹਾ ਹੈ। ਸੰਕਟ ਪੂਰਾ ਹੋਇਆ ਪਿਆ, ਬੈਂਕਰਪਸੀ ਵੱਲ ਵੱਧ ਰਹੇ ਆ। ਮੈਨੂੰ ਲੱਗਦਾ ਹੈ ਕੋਈ ਨਾ ਕੋਈ ਸਾਨੂੰ ਬੜੇ ਫੈਸਲੇ ਲੈਣੇ ਪੈਣੇ ਆ ਤੇ ਕਿਸਾਨ ਵੀਰੋ ਇਸ ਵਕਤ ਤਗੜੇ ਹੋ ਜਾਓ। ਆ ਜਿਹੜੀ ਸਰਕਾਰ ਆਈ ਹੈ, ਆ ਕਿਸਾਨ ਮਾਰੂ ਸਰਕਾਰ ਆਈ ਹੈ, ਸਾਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਣਾ ਤਾਂ ਕਿ ਕਿਸਾਨਾਂ ਦੇ ਹੱਕ ਜਿਹੜੇ ਥੈਂਕ ਯੂ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ। ਬਲਟੋਆ ਸਾਹਿਬ, ਪੰਜਾਬ 'ਚ ਆਪਾਂ ਵੀ ਲੰਬਾ ਸਮਾਂ ਅਕਾਲੀ ਦਲ ਤੇ ਭਾਜਪਾ ਸੱਤਾ ਦੇ ਵਿੱਚ ਵੀ ਰਹੇ ਹੈ, ਪਰ ਜੋ ਸਥਿਤੀਆਂ ਅੱਜ ਬਣੀਆਂ, ਜਿੱਦਾਂ ਕਿਸਾਨ ਆਗੂ ਦੀ ਤੁਸੀਂ ਗੱਲ ਸੁਣੀ ਹੈ ਕਿ ਕਿਸ ਕਦਰ ਮਜਬੂਰੀ ਦੇ ਦੌਰ 'ਚੋਂ ਨਿਕਲ ਰਹੇ ਆ, ਜੋ ਵਾਅਦੇ ਕੀਤੇ ਗਏ ਉਹਨਾਂ ਦੀ ਪੂਰਤੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਹੱਕ ਮਿਲਣੇ ਸੀ ਉਹ ਵੀ ਨਹੀਂ ਮਿਲ ਰਹੇ ਤੇ ਕਿਧਰ ਸਵਾਲ ਕੇਂਦਰ ਤੇ ਵੀ ਉਠਾ ਰਿਹਾ, ਪਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਤਾਂ ਨਿਸ਼ਾਨੇ ਸਿੱਧੇ ਹੀ ਜਾ ਰਿਹਾ ਕਿਸਾਨਾਂ ਵੱਲੋਂ। ਜੀ ਬਲਟੋਆ ਜੀ। ਦੇਖੋ ਸਿੱਧੂ ਸਾਹਿਬ, ਜੇ ਦੇਸ਼ ਦੇ ਲੋਕਾਂ ਦੇ ਭੁੱਖੇ ਨੰਗੇ ਢਿੱਡ ਭਰੇ ਨਾ, ਜੇ ਗੋਦਾਮ ਭਰੇ ਤੇ ਪੰਜਾਬ ਨੇ ਫਸਲ ਪੈਦਾ ਕਰਕੇ ਦਿੱਤੀ ਹੈ। ਠੀਕ ਹੈ ਕਿ ਅੱਜ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਫਸਲਾਂ ਪੈਦਾ ਹੋਣ ਲੱਗ ਪਈਆਂ ਨੇ, ਪਰ ਜਦੋਂ ਇਹ ਠੂਠਾ ਫੜ ਕੇ ਤੁਰੇ ਫਿਰਦੇ ਸੀ ਤੇ ਉਸ ਸਮੇਂ ਪੰਜਾਬ ਨੇ ਮਿਹਨਤ ਕਰਕੇ, ਤੁਸੀਂ ਦੇਖੋ ਕਿ ਮੇਰਾ ਖਿਆਲ ਹੈ ਕਿ 50% ਤੋਂ ਵੱਧ ਹਿੱਸਾ ਜਿਹੜਾ ਸਮੁੱਚਾ ਦੇਸ਼ ਦੇ ਅਨਾਜ ਭੰਡਾਰ 'ਚ ਪੰਜਾਬ ਪਾਉਂਦਾ ਸੀਗਾ। ਔਰ ਅਸੀਂ ਉਸ ਚੱਕਰ ਦੇ ਵਿੱਚ ਫਸ ਕੇ, ਖਾਸ ਕਰਕੇ ਝੋਨੇ ਵਾਲੇ ਚੱਕਰ 'ਚ, ਕਿਉਂਕਿ ਝੋਨੇ ਦੇ ਉੱਤੇ MSP ਮਿਲਦੀ ਹੈ। ਤੇ ਦੂਸਰੀ ਗੱਲ ਜਿਹੜੀ ਹੈ ਕਿ ਝੋਨੇ ਵਾਲੇ ਚੱਕਰ 'ਚੋਂ ਕਿਸਾਨ ਨਿਕਲਣਾ ਵੀ ਚਾਹੁੰਦੇ ਹੈ, ਪਰ ਉਹਦਾ ਅਲਟਰਨੇਟ ਤੇ ਦਿੱਤਾ ਜਾਵੇ। ਜੇ ਉਹਦੇ ਥਾਂ ਤੇ ਕੋਈ ਫਸਲ ਬੀਜੀ ਜਾਂਦੀ ਆ, ਉਹਦਾ ਮੰਡੀਕਰਨ ਹੋਵੇ, ਉਹਦੀ ਚੰਗੀ ਬਿਹਤਰ ਖਰੀਦ ਹੋਵੇ, ਉਹਦੇ ਉੱਤੇ MSP ਪ੍ਰੋਪਰ ਮਿਲੇ। ਹੁਣ ਤੁਸੀਂ ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ 23 ਫਸਲਾਂ ਦੇ ਉੱਤੇ ਲਗਭਗ ਮੇਰਾ ਖਿਆਲ ਹੈ ਕਿ ਕੇਂਦਰ ਸਰਕਾਰ MSP ਐਲਾਨਦੀ ਹੈ। ਤੇ ਤੁਸੀਂ ਦੱਸ ਦਿਓ, ਪੰਜਾਬ ਦੇ ਅੰਦਰ ਕਣਕ ਤੇ ਝੋਨੇ ਤੋਂ ਇਲਾਵਾ ਕਿਸੇ ਤੇ MSP ਮਿਲਦੀ? ਨਹੀਂ ਮਿਲਦੀ, ਪਹਿਲਾਂ ਤੋਂ ਨਹੀਂ ਮਿਲਦੀ। ਪਰ ਜਿਹੜੀ ਮੌਜੂਦਾ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨਾਂ ਨੇ ਕਿਸਾਨਾਂ ਨੂੰ ਸਬਜ਼ਬਾਗ ਹੀ ਇਹੋ ਜਿਹੇ ਵਿਖਾਏ, ਲਓ ਜੀ MSP ਤੇ ਚੁਟਕੀ ਦਾ ਕੰਮ ਹੈ, ਚੁਟਕੀ ਦਾ। ਤੇ ਵਿਚਾਰਾ ਕਿਸਾਨ ਭੋਲਾ ਵਿਚਾਰਾ, ਉਹਨੇ ਸਮਝਿਆ ਕਿ ਸਾਡਾ ਤੇ ਸ਼ਾਇਦ ਧੋਖਾ ਹੀ ਕਰਦੇ ਆ, ਬਾਕੀ ਧੱਕਾ ਹੀ ਕਰਦੇ ਆ, ਇਹ ਤਾਂ ਬੜੇ ਚੰਗੇ ਆ। ਹਾਂਜੀ, ਇਹਨਾਂ ਦੇ ਚੁਟਕੀ ਦੇ ਵਿੱਚ 5 ਮਿੰਟਾਂ ਜਿਹੜੀ MSP ਦੇ ਦੇਣੀ ਹੈ। ਹੁਣ ਤੁਹਾਡੇ ਸਾਹਮਣੇ ਹੈ ਕਿ ਕਿੰਨੀਆਂ ਫਸਲਾਂ ਚੁੱਕੀਆਂ ਗਈਆਂ ਤੇ ਉਹਦਾ ਨਤੀਜਾ ਕੀ ਨਿਕਲਿਆ। ਪਹਿਲੀ ਤਾਂ ਗੱਲ ਹੈ ਕਿ ਇਹ ਯੂਕਰੇਨ ਤੇ ਰਸ਼ੀਆ ਦਾ, ਹੁਣ ਮੈਂ ਹੈ ਤਾਂ ਬਦਕਿਸਮਤੀ ਵਾਲੀ ਗੱਲ ਕਿ ਮੈਂ ਇਹਨਾਂ ਨੂੰ ਕਹਾਂ ਉਹਨਾਂ ਦਾ ਧੰਨਵਾਦ ਕਰੋ ਕਿ ਯੂਕਰੇਨ ਦੇ ਵਿੱਚ ਉੱਥੇ ਜੰਗ ਲੱਗੀ ਹੋਈ ਹੈ ਤੇ ਸਭ ਤੋਂ ਵੱਧ ਅਨਾਜ ਜਿਹੜਾ ਆ ਸਮੁੱਚੇ ਸੰਸਾਰ 'ਚ ਯੂਕਰੇਨ ਦਿੰਦਾ ਆ। ਤੇ ਯੂਕਰੇਨ ਦੇ ਵਿੱਚ ਅੱਜ ਇਹਨਾਂ ਹਾਲਾਤਾਂ ਕਰਕੇ ਕਿ ਜਿਹੜੀ ਕਣਕ ਜਿਹੜੀ ਹੈ ਸਮੂਥਲੀ ਚੁੱਕੀ ਗਈ, ਝੋਨਾ ਜਿਹੜਾ ਸਮੂਥਲੀ ਚੁੱਕਿਆ ਗਿਆ,
ਠੀਕ ਹੈ। ਚਲੋ ਇਹ ਸਰਕਾਰ ਦਾ ਫਰਜ਼ ਵੀ ਬਣਦਾ ਤੇ ਚੱਕਦੇ ਵੀ ਹੈ। ਜਿਹੜਾ ਕਣਕ ਤੇ ਝੋਨੇ ਦੀ ਸ਼ੁਰੂ ਤੋਂ ਇਹ ਸਾਡੇ ਮੰਡੀਕਰਨ ਸਿਸਟਮ ਦੀ ਜਿਹੜੀ ਹੈ ਇਹ ਬਿਹਤਰੀ ਰਹੀ ਹੈ। ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਮੇਰਾ ਖਿਆਲ ਕਿ ਪਿਛਲੇ ਸਾਲ ਵੱਡੇ ਵੱਡੇ ਇਸ਼ਤਿਹਾਰ ਤੇ ਮੇਰਾ ਖਿਆਲ ਕੋਈ ਸੜਕ ਨਹੀਂ ਛੱਡੀ, ਕੋਈ ਰੁੱਖ ਨਹੀਂ ਛੱਡਿਆ, ਮੂੰਗੀ ਜਿਹੜੀ ਹੈ ਜੀ ਪੂਰੀ MSP ਤੇ ਖਰੀਦ ਲਈ। ਤੇ ਨਤੀਜਾ ਕੀ ਸਾਹਮਣੇ ਆਇਆ, ਜਦੋਂ ਤੱਥ ਸਾਹਮਣੇ ਆਏ ਕਿ 17% ਕੇਵਲ ਜਿਹੜੀ ਮੂੰਗੀ ਹੈ ਉਹ ਸਹੀ ਰੇਟ ਤੇ ਸਰਕਾਰ ਨੇ ਖਰੀਦੀ ਜੀ ਤੇ 83% ਜਿਹੜੀ ਮੂੰਗੀ ਹੈ ਉਹ ਇੱਕ ਤਰ੍ਹਾਂ ਲੋਕਾਂ ਨੂੰ ਸੁੱਟ ਕੇ ਆਉਣੀ ਪਈ, ਜਿਹਦੇ ਚ 3500 ਤੋਂ 4000 ਰੁਪਇਆ ਘਾਟਾ ਪਾ ਕੇ ਵੇਚੀ, ਜਿਹੜੀ 7275 ਰੁਪਇਆ MSP ਸੀ ਜਿਹੜੀ ਕੇਂਦਰ ਸਰਕਾਰ ਨਿਰਧਾਰਿਤ ਕਰਦੀ ਹੈ। ਕਿਉਂਕਿ MSP ਜਿਹੜੀ ਹੈ 23 ਫਸਲਾਂ ਦੇ ਉੱਤੇ ਦਿੱਤੀ ਹੋਈ ਹੈ ਉਹ ਕੇਂਦਰ ਸਰਕਾਰ ਨਿਰਧਾਰਿਤ ਕਰਦੀ ਹੈ ਤੇ ਉਹ 7275 ਰੁਪਇਆ ਜਿਹੜਾ ਆ ਉਹ ਕੇਵਲ ਤੇ ਕੇਵਲ 17% ਪੰਜਾਬ ਦੇ ਵਿੱਚ ਪੈਦਾ ਹੋਈ ਜਿਹੜੀ ਮੂੰਗੀ ਦੀ ਫਸਲ ਸੀ ਉਹਦੇ ਉੱਤੇ ਕਿਸਾਨਾਂ ਨੂੰ ਮਿਲ ਸਕਿਆ ਤੇ 83% ਜਿਹੜੀ ਹੈ ਕਿਸਾਨਾਂ ਦੇ ਇੱਕ ਸਵਾਲ ਜ਼ਰੂਰ ਮੈਂ ਲੈਣਾ ਚਾਹਾਂਗਾ ਤੁਹਾਡੇ ਕੋਲੋਂ। ਸਵਾਲ ਹੈ ਕਿ ਜਿੱਦਾਂ ਤੁਸੀਂ ਗੱਲ ਕਰਦੇ ਹੋ ਮੂੰਗੀ ਦੀ ਕਿ 7700 ਤੋਂ ਉੱਪਰ ਜਿਹੜੀ ਕੀਮਤ ਤੇ ਹੁਣ 6000 ਜਾਂ 6000 ਤੋਂ ਘੱਟ ਵੀ ਉਹਦੀ ਕੀਮਤ ਮਿਲ ਰਹੀ ਹੈ। ਪੰਜਾਬ ਸਰਕਾਰ ਨੇ ਕਿਹਾ ਸੀ ਅਸੀਂ ਜਿਹੜਾ ਗੈਪ ਹੋਏਗਾ ਉਹ ਅਸੀਂ ਪੂਰਾ ਕਰਾਂਗੇ, ਉਹ ਤਾਂ ਕਰ ਹੀ ਨਹੀਂ ਰਹੇ। ਜਦੋਂ MSP ਦੀ ਗੱਲ ਹੈਗੀ ਹੈ ਤਾਂ ਫਿਰ MSP ਦੇ ਮੁੱਦੇ ਤੇ ਕੇਂਦਰ ਸਰਕਾਰ ਦੀ ਵੀ ਕਿਧਰੇ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਬਣਦੀ। ਜੇ ਫਸਲੀ ਵਿਭਿੰਨਤਾ ਦੀ ਆਪਾਂ ਗੱਲ ਕਰਦੇ ਹਾਂ ਫਿਰ ਜਿਹੜੀਆਂ ਫਸਲਾਂ ਤੇ ਦਿੱਤੀ ਗਈ ਉਹਨਾਂ ਤੇ ਵੀ ਨਹੀਂ ਖਰੀਦੀ ਜਾ ਰਹੀ। ਨਹੀਂ, ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਕੇਂਦਰ ਸਰਕਾਰ ਵੀ ਭਾਸ਼ਣ ਜ਼ਿਆਦਾ ਦਿੰਦੀ ਹੈ ਤੇ ਲੈਕਚਰ ਬੜੇ ਕਰਦੇ ਨੇ, ਪਰ ਇੱਕ ਜਿਹੜੀ ਠੋਸ ਨੀਤੀ ਹੋਣੀ ਚਾਹੀਦੀ ਹੈ ਕਿਸਾਨੀ ਦੀ, ਔਰ ਖਾਸ ਕਰਕੇ ਪੰਜਾਬ ਪ੍ਰਤੀ। ਪੰਜਾਬ ਇੱਕ ਕਿਸਾਨੀ ਆਧਾਰਿਤ ਸੂਬਾ ਆ। ਪੰਜਾਬ ਹੋਇਆ, ਹਰਿਆਣਾ ਹੋਇਆ, UP ਦਾ ਕੁਝ ਹਿੱਸਾ ਹੋਇਆ, ਭਾਵੇਂ ਕਿ ਹੁਣ ਬਾਕੀ ਪ੍ਰਦੇਸ਼ ਵੀ ਜਿਹੜੇ ਪੈਦਾ ਕਰਨ ਲੱਗ ਪਏ ਨੇ, ਜਿਨ੍ਹਾਂ ਨੇ ਖਾਸ ਕਰਕੇ ਦੇਸ਼ ਨੂੰ ਅਨਾਜ ਦਿੱਤਾ ਹੈ, ਉੱਥੋਂ ਵਾਸਤੇ ਇੱਕ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਨੀਤੀ ਜਿਹੜੀ ਹੈ ਨਿਰਧਾਰਿਤ ਕਰਨੀ ਚਾਹੀਦੀ ਹੈ। ਖੇਤੀ ਨੀਤੀ ਜਿਹੜੀ ਹੈ ਖਾਸ ਕਰਕੇ ਕੇਂਦਰ ਸਰਕਾਰ ਨੂੰ। ਹੁਣ ਕੇਂਦਰ ਸਰਕਾਰ ਕਹੀ ਜਾਵੇ ਕਿ ਇਹ ਸੂਬਿਆਂ ਦਾ ਫਰਜ਼ ਬਣਦਾ, ਸੂਬਿਆਂ ਦਾ ਵੀ ਬਣਦਾ ਹੈ। ਜਾਂ ਸੂਬਿਆਂ ਦੀਆਂ ਸਰਕਾਰਾਂ ਨੇ ਝੂਠ ਨਹੀਂ ਬੋਲਣਾ ਚਾਹੀਦਾ, ਜਾਂ ਸੂਬੇ ਦੀਆਂ ਪਾਰਟੀਆਂ ਜਿਹੜੀਆਂ ਨੇ ਰਾਜ ਸੱਤਾ ਚ ਆਉਣਾ ਜਾਂ ਰਾਜ ਸੱਤਾ ਵਾਸਤੇ ਆਪਣਾ ਏਜੰਡਾ ਲੋਕਾਂ 'ਚ ਪੇਸ਼ ਕਰਦੇ, ਉੱਥੇ ਝੂਠ ਨਹੀਂ ਬੋਲਣਾ ਚਾਹੀਦਾ। ਬਿਲਕੁਲ, ਥੈਂਕ ਯੂ ਬੋਲਿਆ ਗਿਆ ਵਲਟੋਆ ਸਾਹਿਬ। ਬਿਲਕੁਲ ਜਿਹੜਾ ਸੂਬਿਆਂ ਦੀ ਜ਼ਿੰਮੇਵਾਰੀ ਬਣਦੀ ਆਪਾਂ ਫੇਰ ਆਨੇ ਇਹਨਾਂ ਮਾਮਲਿਆਂ ਨੂੰ ਲੈ ਕੇ। ਪਰ ਅਸੀਂ ਇਸ ਮਾਮਲੇ ਤੇ ਜਿੱਦਾਂ ਵਲਟੋਆ ਜੀ ਨੇ ਗੱਲ ਕੀਤੀ ਹੈ, ਜਦੋਂ ਐਲਾਨ ਕੀਤੇ ਜਾਂਦੇ ਆ ਬੇਸ਼ੱਕ MSP ਕੇਂਦਰ ਦਾ ਮੁੱਦਾ ਆਪਾਂ ਜਿੱਦਾਂ ਜ਼ਿਕਰ ਕਰਦੇ ਹਾਂ, ਪਰ ਜਿਹੜੀਆਂ ਸਰਕਾਰਾਂ ਜਾਂ ਰਾਜਸੀ ਤਰ੍ਹਾਂ ਜਦੋਂ ਐਲਾਨ ਕਰਦੀਆਂ ਉਹਨਾਂ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ। ਪ੍ਰੋਫੈਸਰ ਤੁਸੀਂ ਖੇਤੀ ਮਾਮਲਿਆਂ ਨੂੰ ਮੈਂ ਜਿੱਦਾਂ ਕਿਹਾ ਯੂਨੀਵਰਸਿਟੀ ਤੋਂ ਪੜ੍ਹੇ, ਖੇਤੀ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀ ਰਹੇ ਹੋ। ਹੁਣ ਜਦੋਂ ਸਵਾਲ ਹੈ ਸਰਕਾਰ ਨੇ ਕਿਹਾ ਸੀ ਕਿ ਅਸੀਂ ਆਉਂਦੇ ਹੀ ਖੇਤੀ ਨੀਤੀ ਲਾਗੂ ਕਰਾਂਗੇ, ਸਾਲ ਤੋਂ ਉੱਪਰ ਦਾ ਸਮਾਂ ਨਿਕਲ ਗਿਆ, MSP ਦੇ ਹੋਰਾਂ ਮਾਮਲਿਆਂ ਦੀ ਤਾਂ ਗੱਲ ਕਿਧਰੇ ਸੁਣਵਾਈ ਦੇ ਨਹੀਂ ਰਹੀ, ਪਰ ਜਿਹੜੀ ਖੇਤੀ ਨੀਤੀ ਹੈ ਉਹ ਵੀ ਕਿਧਰੇ ਨਜ਼ਰ ਨਹੀਂ ਆ ਰਹੀ। ਇੱਕ ਖੇਤੀ ਮੰਤਰੀ ਬਦਲ ਗਿਆ, ਹੁਣ ਦੂਜੇ ਆਏ ਹੈ ਤੇ ਫਿਰ ਸ਼ਾਇਦ ਨਵੇਂ ਸਿਰੇ ਤੋਂ ਫਿਰ ਰਿਪੋਰਟਾਂ ਸ਼ੁਰੂ ਹੋਣਗੀਆਂ। ਕਦੋਂ ਸਿਰੇ ਲੱਗੇਗੀ ਗੱਲ? ਕਿਹਾ ਜਾਂਦਾ ਕਿ ਖੇਤੀ ਪ੍ਰਧਾਨ ਸੂਬਾ ਹੈ। ਖੇਤੀ ਨੀਤੀ ਕੋਈ ਮੁੱਢੋਂ ਛੋਟੇ ਥੋੜੀ ਸ਼ੁਰੂ ਕਰਨੀ ਹੈ। ਆਪਣੇ ਕੋਲ ਪੰਜਾਬ ਪਲੈਨਿੰਗ ਬੋਰਡ ਦੇ ਡਿਪਟੀ ਚੇਅਰਮੈਨ ਸਰਦਾਰਾ ਸਿੰਘ ਜੌਲ ਕਿੰਨਾ ਸਮਾਂ ਪਹਿਲਾਂ, ਮੇਰਾ ਖਿਆਲ 25 ਸਾਲ ਪਹਿਲਾਂ ਦੀ ਗੱਲ ਹੋਣੀ ਘੱਟੋ ਘੱਟ, ਉਦੋਂ ਤੋਂ ਉਹਨਾਂ ਨੇ ਬੜੇ ਸੋਹਣੇ ਡਾਕੂਮੈਂਟ ਲਿਖ ਕੇ ਦਿੱਤੇ ਆ। ਸੁੱਚਾ ਸਿੰਘ ਗਿੱਲ, ਰਣਜੀਤ ਸਿੰਘ ਘੁੰਮਣ, ਇਹ ਸਾਰੇ, ਸੁਖਪਾਲ ਸਿੰਘ ਹੁਣ ਜਿਹੜੇ ਚੇਅਰਮੈਨ ਬਣਾਏ ਆ ਫਾਰਮਰਸ ਕਮਿਸ਼ਨ ਦੇ, ਉਹ PAU ਤੋਂ ਕਿੰਨੇ ਆਰਟੀਕਲ ਲਿਖਦੇ ਰਹੇ, ਸਾਰੇ ਉਹ PAU ਤੋਂ ਪੜ੍ਹੇ ਹੋਏ ਆ। ਸਾਡੇ ਕੋਲ ਬੰਦਿਆਂ ਦੀਆਂ ਤੇ ਰਿਪੋਰਟਾਂ ਦੀਆਂ ਤੇ ਅਕਲ ਦੀ ਥੋੜੀ ਘਾਟ ਆ। ਘਾਟ ਤੇ ਹੈ ਕਿ ਜਿਹੜੀ ਲਾਗੂ ਕਰਨ ਦੀ ਰਾਜਨੀਤਿਕ ਜਿਹੜੀ ਇੱਛਾ ਸ਼ਕਤੀ ਆ ਉਹ ਹੈ ਹੀ ਨਹੀਂ। ਕੋਈ ਪ੍ਰਾਇਓਰਿਟੀਜ਼ ਹੋ ਰਿਹਾ ਤੇ ਹਵਾਈ ਜਹਾਜ਼ ਜਦੋਂ ਥੱਲੇ ਉਤਰਨ ਤੇ ਤਾਂ ਹੀ ਪਤਾ ਲੱਗੇ, ਥੱਲੇ ਉਤਰ ਕੇ ਦੇਖਣ। ਤੁਸੀਂ ਉਹਨਾਂ ਨੂੰ ਬੁਲਾਇਆ ਕਰੋ, ਨਾਲੇ ਉਹਨਾਂ ਨਾਲ ਕੋਈ ਗੱਲਬਾਤ ਕਰੀਏ, ਪਤਾ ਲੱਗੇ ਆਮ ਆਦਮੀ ਪਾਰਟੀ ਦਾ। ਤੁਸੀਂ ਆਪਣੀ ਗੱਲ ਕਰ ਰਹੇ ਪਰ ਤੁਸੀਂ ਪੁੱਛਿਆ ਇਸ ਕਰਕੇ ਥੋੜਾ ਹਲਕਾ ਜਿਹਾ ਕਮੈਂਟ ਜਿਹੜਾ ਹੈਗਾ, ਉਹ ਕਹਿੰਦੇ 92 ਵਿਧਾਇਕ ਸਾਨੂੰ ਪੰਜਾਬੀਆਂ ਨੇ ਜਿਤਾਤੇ, ਲੋੜ ਨਹੀਂ ਡਿਬੇਟਾਂ ਜਾਣ ਦੀ, 5 ਸਾਲ ਬਾਅਦ ਫਿਰ ਦੇਖਾਂਗੇ। ਫਿਰ ਗਾਂ ਮੁੜ ਕੇ 2-4 ਜਿੱਤਣੇ ਆ ਕਿ ਬਿਲਕੁਲ ਹੀ ਪੂੰਝ ਹੀ ਦੇਣੇ ਆ ਸਾਰੇ। ਆ ਰੋਜ਼ ਦਾ ਇੱਕ ਨਾ ਇੱਕ ਅੱਧੇ ਦਾ ਸਕੈਂਡਲ ਨਿਕਲੀ ਆਉਂਦਾ। ਇਹ 'ਚ ਉਲਝਣ ਬਹੁਤ ਆ। ਸਿੱਧੂ ਸਾਹਿਬ ਤੁਸੀਂ ਧਿਆਨ ਨਾਲ ਜੇ ਸੋਚੋ, ਮਤਲਬ ਜੇ ਆਪਾਂ ਠੰਡੇ ਦਿਲ ਨਾਲ ਸੋਚੋ, ਖੇਤੀ ਸੂਬੇ ਦਾ ਸਬਜੈਕਟ ਆ, MSP ਕੇਂਦਰ ਬਣਾਉਂਦਾ ਆ। MSP ਕੇਂਦਰ ਤਾਂ ਬਣਾਉਂਦਾ ਆ ਕਿਉਂਕਿ ਦੇਸ਼ ਦੇ ਅੰਦਰ ਜਿਹੜਾ ਅਨਾਜ ਦਾ ਕੋਈ ਕਾਲ ਨਾ ਪੈ ਜਾਏ, ਤੇ ਇਸ ਜੇ ਕਾਲ ਪੈ ਗਿਆ ਤੇ ਰਾਜਨੀਤਿਕ ਹਥਿਆਰ ਦੇ ਤੌਰ ਤੇ ਉਹਨੂੰ ਨਾ ਵਰਤਿਆ ਜਾਏ। ਹੁਣ MSP ਤੁਸੀਂ 23 ਆਈਟਮਾਂ ਤੇ ਕੇਂਦਰ ਬਣਾਉਂਦਾ ਆ, ਉਹ ਆਪਣੀ ਮਰਜ਼ੀ ਨਾਲ ਬਣਾਉਂਦੇ ਆ, ਉਹ ਵੀ ਇੱਕ ਕਿਸਮ ਦਾ ਪੋਲੀਟੀਕਲ ਡਿਸੀਜ਼ਨ ਹੀ ਆ। ਉਹ ਜਿਹੜਾ ਸਵਾਮੀਨਾਥਨ ਕਮੇਟੀ ਵਾਂਗੂ ਉਸ ਦੇ ਆਧਾਰ ਦੇ ਉੱਤੇ ਕਾਸਟ ਸਾਰੀ ਕੈਲਕੂਲੇਟ ਨਹੀਂ ਹੁੰਦੀ, ਚਲੋ ਬਣਾ ਦਿੰਦੇ ਆ। ਤੇਈਆਂ ਨੂੰ ਤੁਸੀਂ ਜੇ MSP ਬਣਾਤੀ ਤੇ ਫਿਰ ਉਹਦੀ ਜ਼ਿੰਮੇਵਾਰੀ ਕਿਹਦੀ ਆ ਵੀ?
ਜ਼ਿੰਮੇਵਾਰੀ ਤੁਹਾਡੀਆਂ ਦੋਵਾਂ ਫਸਲਾਂ ਦੀ ਹੈ, ਜਿਸ ਤਰ੍ਹਾਂ ਹੁਣੇ ਬਲਟੋਆ ਸਾਹਿਬ ਕਹਿ ਰਹੇ ਸੀ। ਇਸ ਲਈ ਜੇ ਤੁਸੀਂ 23 ਦੇ ਦਿੰਦੇ ਹੋ, ਘੱਟੋ ਘੱਟ ਇਮਾਨਦਾਰੀ ਨਾਲ 19 ਨੂੰ ਤੇ ਖਰੀਦਣ ਦਾ ਤੁਸੀਂ ਪ੍ਰਾਵਧਾਨ ਕਰੋ। ਤੁਸੀਂ ਘੱਟੋ ਘੱਟ ਹੋਰ ਨਾ ਕੁਝ ਕਰੋ। ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਮੁੱਖ ਫਸਲਾਂ, ਜਿਸ ਤਰ੍ਹਾਂ ਨਰਮਾ ਆ, ਮੱਕੀ ਮੁੱਖ ਫਸਲ, ਕਿਉਂਕਿ ਅਨਾਜ ਮੈਂ ਉਹਨੂੰ ਗਿਣਦਾ ਆ, ਝੋਨਾ ਹੈਗਾ, ਅਤੇ ਐਤਕੀ ਸੂਰਜਮੁਖੀ ਦਾ ਰੌਲਾ ਪਿਆ ਸੀ, ਉਹ ਤੇਲ ਆਇਲ ਸੀਡ ਸਾਨੂੰ ਅਸੀਂ ਬਾਹਰੋਂ ਕਿੰਨਾ ਮਹਿੰਗਾ ਆਇਲ ਸੀਡ ਇੰਪੋਰਟ ਕਰਦੇ ਹਾਂ, ਉਹ ਘਟੇ। ਇਸ ਕਰਕੇ ਤੇ ਸਰਕਾਰ ਨੂੰ ਇਨਕਰੇਜ ਕਰਨ। ਪੰਜ ਛੇ ਜਿਹੜੀਆਂ ਮੁੱਖ ਫਸਲਾਂ ਹੈ, ਦੂਜਿਆਂ ਸੂਬਿਆਂ 'ਚ ਬਾਜਰਾ ਵੀ ਹੋ ਸਕਦਾ, ਉਸ ਨੂੰ ਇਹ ਸਰਕਾਰ ਖੁਦ ਆਪਣੀ ਜ਼ਿੰਮੇਵਾਰੀ ਨਾਲ ਕੇਂਦਰੀ ਸਰਕਾਰ ਖਰੀਦੇ, ਜਿਵੇਂ ਝੋਨਾ ਅਤੇ ਕਣਕ ਖਰੀਦੀ ਜਾ ਰਹੀ। ਬਾਕੀ ਜਿਹੜੀਆਂ ਫਸਲਾਂ ਜਿਸ ਤਰ੍ਹਾਂ ਪੈਰੀਸ਼ੇਬਲ ਕ੍ਰੌਪਸ ਹੁੰਦੀਆਂ ਆ, ਜਾਂ ਜਿਹੜੀਆਂ ਘੱਟ ਥੋੜ੍ਹੀ ਕੁਆਂਟੀਟੀ 'ਚ, ਉਹਦੇ ਲਈ ਸਰਕਾਰ ਲੋਨ ਤਾਂ ਦੇਵੇ ਘੱਟੋ ਘੱਟ ਵੀ। ਚਲੋ ਜੀ ਤੁਸੀਂ ਇੱਕ ਵਾਰੀ ਕਿਸਾਨਾਂ ਨੂੰ ਆਪਣਾ ਪੂਰਾ ਮੁਆਵਜ਼ਾ ਦਿਓ, ਬਾਅਦ ਵਿੱਚ ਅਸੀਂ ਇਸ ਦਾ ਦੇਖ ਲਾਂਗੇ। ਕੁਝ ਅੱਛਾ ਕੇਂਦਰ ਲੈ ਲੇ, ਜਿਵੇਂ ਹੋਰ ਸਕੀਮਾਂ ਦੇ ਵਿੱਚ ਮਨਰੇਗਾ 'ਚ ਕੁਝ ਕੇਂਦਰ ਲੈਂਦਾ, ਹੋਰਨਾਂ ਸਕੀਮਾਂ 'ਚ ਵੀ ਕੇਂਦਰ ਕੁਝ ਹਿੱਸਾ ਲੈਂਦਾ, ਕੁਝ ਹਿੱਸਾ ਤੁਸੀਂ ਪਾ ਲਓ, ਕੁਝ ਅਸੀਂ ਪਾਉਂਦੇ ਹਾਂ, ਅਸੀਂ ਕਿਸਾਨ ਬਚਾਉਣੇ ਆ। ਹੁਣ ਇਹ ਇੰਨੀਆਂ ਉਲਝਣਾਂ ਹੈਗੀਆਂ। ਕੇਂਦਰ ਕੀ ਕਰਦਾ? GST ਰਾਹੀਂ ਜਾਂ ਹੋਰਨਾਂ ਤਰੀਕਿਆਂ ਰਾਹੀਂ ਸੂਬਿਆਂ ਦਾ ਪੈਸਾ ਤਾਂ ਸਾਰਾ ਕੇਂਦਰ 'ਚ ਲੈ ਜਾਂਦੇ ਆ। 41% ਸਿਰਫ ਵਾਪਸ ਆਉਂਦਾ, 59% ਕੇਂਦਰ ਆਪਣੀ ਜੇਬ 'ਚ ਪਾ ਲੈਂਦਾ। ਤੇ ਉੱਪਰੋਂ ਕਹਿੰਦੇ ਕਿ ਮਿਸਮੈਨੇਜਮੈਂਟ ਹੈ, ਦੁਰਪ੍ਰਬੰਧ ਹੈ। ਉਹ ਨਹੀਂ ਪੈਸਾ ਜ਼ਿੰਮੇਵਾਰੀ ਨਹੀਂ, ਕਹਿੰਦੇ ਸੂਬਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਦੇਖੋ ਮਿਸਮੈਨੇਜਮੈਂਟ ਤੁਸੀਂ ਹੁਣ ਇੰਜ ਕਹਿ ਦਿਓਗੇ, ਪਹਿਲਾਂ ਤਾਂ ਦੇਖੋ ਜਿਹੜਾ ਟੋਟਲ ਧਨ ਦੌਲਤ ਦੇਸ਼ 'ਚ ਪੈਦਾ ਹੋ ਰਿਹਾ ਕਾਨੂੰਨ, ਉਹਦੀ ਮੈਂ ਗੱਲ ਕਰ ਰਿਹਾ, ਉਹਦਾ ਵੱਡਾ ਹਿੱਸਾ ਕੇਂਦਰ ਲੈ ਜਾਂਦਾ। ਫਿਰ ਉਹਨਾਂ ਨੇ ਇੱਕ ਹੋਰ ਤਰੀਕਾ ਕੱਢ ਲਿਆ, ਸੈਸ ਲੈ ਜਾਂਦਾ। ਸੈਸ ਦਾ ਮਤਲਬ ਤੁਸੀਂ GST 'ਚ ਨਹੀਂ, ਉਹਦਾ ਹਿੱਸਾ 41% ਤੁਹਾਨੂੰ ਸੂਬਿਆਂ ਨੂੰ ਦੇਣਾ ਹੀ ਨਹੀਂ ਪੈਂਦਾ। ਇੱਕ ਨਵਾਂ ਕਿਸਮ ਦਾ ਤਰੀਕਾ ਕੱਢ ਲਿਆ, ਚੋਰ ਮੋਰੀ ਕੱਢ ਲਈ, ਕੇਂਦਰ ਪੈਸੇ ਇਕੱਠੇ ਕਰਨ ਲਈ। ਸੂਬੇ ਇਸ ਵੇਲੇ ਜੁੱਤੀਆਂ ਘਸਾ ਕੇ ਮਿੰਨਤਾਂ ਕਰਦੇ ਆ, ਹਰਪਾਲ ਚੀਮਾ ਜਾ ਕੇ ਆਓ, ਸਾਡੇ ਪੈਸੇ ਹੀ ਸਾਨੂੰ ਦੇ ਦਿਓ ਜਿਹੜੇ ਬਣਦੇ ਆ। ਤੁਸੀਂ ਠੀਕ ਸਵਾਲ ਕੀਤਾ। ਜਦੋਂ ਸੂਬਿਆਂ ਨੂੰ ਭੁੱਖੇ ਮਾਰਨਾ ਤੇ ਉਹ ਕਿਸਾਨਾਂ ਨੂੰ ਕਿੱਥੋਂ ਪੈਸੇ ਦੇਣਗੇ? ਹਾਂ, ਆਮ ਆਦਮੀ ਪਾਰਟੀ ਦੀ ਗਲਤੀ ਹੈ ਕਿ ਇਹਨਾਂ ਨੇ ਬਹੁਤ ਵੱਡੇ ਜਾਣੀ ਦਿਖਾਏ, ਜਾਣੀ ਸ਼ੀਸ਼ ਮਹਿਲ ਕੇ ਆ ਹੋ ਜੂ ਹੈ, ਸਬਜ਼ ਬਾਗ ਸੌਰੀ, ਹਾਂ ਉਹ ਮੈਨੂੰ ਸ਼ਬਦ ਕਾਲੀ ਔੜ ਨਹੀਂ ਸੀ ਰਿਹਾ। ਸਬਜ਼ ਬਾਗ ਇੰਨੇ ਦਿਖਾਤੇ ਸਿੱਧੂ ਸਾਹਿਬ ਕਿ ਲੋਕ ਕਹਿੰਦੇ ਕਿ ਯਾਰ ਤੁਸੀਂ ਤਾਂ ਇੰਨੀਆਂ ਗੱਲਾਂ ਪਹਿਲੀਆਂ ਨਾਲੋਂ ਆਹ ਕਰਨਾ ਸੀ, ਆਹ ਕਰਨਾ। ਤੁਸੀਂ 20,000 ਕਰੋੜ ਰੁਪਈਆ ਰੇਤਾ ਤੋਂ ਲੈਣਾ ਸੀਗਾ, 35,000 ਕਰੋੜ ਰੁਪਈਆ ਤੁਸੀਂ ਸ਼ਰਾਬ ਤੋਂ ਲੈਣਾ ਸੀ, ਉਹ 9,000 ਕਰੋੜ ਤੇ ਅਟਕ ਗਿਆ। ਉਹ ਪੈਸੇ ਗਏ ਕਿੱਥੇ? ਹੁਣ ਤਾਂ ਤੁਸੀਂ ਮੀਮੀ ਕਰਦੇ, ਕਦੇ ਇੱਧਰ ਫਿਰਦੇ ਕਦੇ ਉੱਧਰ ਫਿਰਦੇ ਆ। ਅਤੇ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਤੁਸੀਂ ਖੁਦ ਵਾਅਦਾ ਕੀਤਾ ਸਰਕਾਰ ਬਣਨ ਤੋਂ ਬਾਅਦ, ਉਹ ਵੀ ਨਹੀਂ ਦੇ ਹੋ ਰਹੀ। ਇਹ ਸਾਰੀਆਂ ਗੱਲਾਂ ਨੂੰ ਮਿਲਾ ਕੇ ਦੇਖੀਏ ਤਾਂ ਨਾ ਕੇਂਦਰ ਕੇਂਦਰ ਤੁਸੀਂ ਜਿਹੜਾ ਪੋਜ਼ ਕੀਤਾ ਬਿਲਕੁਲ ਠੀਕ, ਨਾ ਕੇਂਦਰ ਸੀਰੀਅਸ ਹੈ ਕਿਸਾਨਾਂ ਨੂੰ ਬਚਾਉਣ ਲਈ, ਅਤੇ ਨਾ ਕੁਝ ਅੱਲੇ ਪੱਲੇ ਹੈਗਾ ਸੂਬਿਆਂ ਦੇ, ਉਹ ਵੀ ਟਾਈਮ ਪਾਸ ਕਰ ਰਹੇ ਆ। ਕਿਸਾਨ ਜੇ ਆਪਣਾ ਡਾਂਗ ਤੇ ਡੇਰਾ ਰੱਖਣਗੇ ਤੇ ਬਚੇ ਰਹਿਣਗੇ, ਨਹੀਂ ਤਾਂ ਹਾਲਾਤ ਠੀਕ ਨੇ। ਜੀ ਥੈਂਕ ਯੂ ਵੈਰੀ ਮਚ ਪੰਦੇਰ ਸਾਹਿਬ। ਦੇਖੋ ਜਿਸ ਮੁੱਦੇ 'ਤੇ ਆਪਾਂ ਗੱਲ ਕਰ ਰਹੇ ਹਾਂ, ਭਾਜਪਾ ਆਗੂ ਉਹਨਾਂ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਤਕੜੇ ਹੋ ਜੋ, ਲੜਾਈ ਲੜਨੀ ਪੈਣੀ ਹੈ। ਪ੍ਰੋਫੈਸਰ ਮਨਜੀਤ ਸਿੰਘ ਨੂੰ ਵੀ ਇਹੀ ਗੱਲ ਕਹਿ ਰਹੇ, ਜੇ ਕਿਸਾਨ ਜਿਹੜਾ ਹੈਗਾ ਲੜਾਈ ਦੇ ਦੌਰ ਵੱਲ ਨੂੰ ਵਧਣਗੇ ਤਾਂ ਸ਼ਾਇਦ ਕੁਝ ਹਾਸਲ ਕੀਤਾ ਜਾ ਸਕਦਾ ਹੈ। ਪਰ ਮਾਮਲਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਜਿਹੜੇ ਦਾਅਵੇ ਤੇ ਵਾਅਦੇ, ਕੇਂਦਰ ਵੱਲੋਂ ਵੀ। ਭਾਜਪਾ ਦੇ ਬੁਲਾਰੇ ਕਹਿੰਦੇ ਕਿ ਤੁਸੀਂ ਕਿਉਂ ਇਹ ਗੱਲ ਬਾਰ-ਬਾਰ ਆਖਦੇ ਹੋ ਕਿ ਭਾਜਪਾ ਜਾਂ ਕੇਂਦਰ ਸਰਕਾਰ ਬਾਂਹ ਮਰੋੜਦੀ? ਅਸੀਂ ਤਾਂ ਕਿਸਾਨਾਂ ਲਈ ਬਥੇਰਾ ਕੁਝ ਕੀਤਾ ਹੈ, ਨਹੀਂ ਕਰ ਰਹੀ ਤੇ ਪੰਜਾਬ ਸਰਕਾਰ ਨਹੀਂ ਕਰ ਰਹੀ। ਪੰਦੇਰ ਸਾਹਿਬ ਦੇਖੋ, ਸਾਡਾ ਕਿਸੇ ਸਰਕਾਰ ਨਾਲ ਕੋਈ ਹੇਜ ਨਹੀਂ ਹੁੰਦਾ ਵੀ ਕੋਈ ਸਾਡੇ ਲਈ ਨੇੜੇ ਆ ਜਾਂ ਕੋਈ ਦੂਰ ਆ ਜੀ। ਕੋਈ ਵੀ ਕਿਸਾਨਾਂ ਲਈ ਕੁਛ ਮਜ਼ਦੂਰ ਲਈ ਕਰੂਗਾ, ਆਮ ਬੰਦੇ ਲਈ ਕਰੂਗਾ, ਕਹਾਂ ਇਹ ਠੀਕ ਆ, ਇਹ ਸਹੀ ਆ। ਕੇਰਲਾ ਵਾਲੀ ਸਰਕਾਰ ਨਾਲ ਕੋਈ ਆਪਣਾ ਚੰਗਾ ਨਹੀਂ ਹੈਗਾ। ਜੇ ਉਹਨਾਂ ਨੇ ਕੋਈ ਚੰਗਾ ਕੀਤਾ ਤਾਂ ਉਹਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਦੇ। ਜੇ ਖੱਟੜ ਸਾਹਿਬ ਉਧਰ ਭਾਵੇਂ ਮਜਬੂਰ ਕਰਤਾ ਸੀ ਸੂਰਜ ਵਾਸਤੇ, ਹੋਰ ਫਸਲਾਂ ਖਰੀਦ ਰਹੇ ਆ, ਉਹਨਾਂ ਨੇ ਲਿਆ ਸੀ। ਤੇ ਮੈਨੂੰ ਲੱਗਦਾ ਜਿਹੜੇ ਭਾਜਪਾ ਦੇ ਸਾਡੇ ਵੀਰ ਨੇ ਸਰਕਾਰਯੋਗ, ਯਾਦ ਹੋਵੇ ਜਦੋਂ ਦਿੱਲੀ ਨੂੰ ਮੁੱਕਿਆ ਸੀ ਤਾਂ ਚਿੱਠੀ ਕੇਂਦਰ ਦੀ ਵੀ ਅਸੀਂ MSP ਗਰੰਟੀ ਕਾਨੂੰਨ ਬਣਾਵਾਂਗੇ। ਭਾਈ ਤੁਹਾਡੇ ਕੋਲ ਯਾਦ ਹੋਵੇ ਤੇ ਕੇਂਦਰ ਦੇ ਫੰਡ ਨੇ, ਉਹਨੇ ਪੂਰਾ ਦੇਸ਼ ਦੇਖਣਾ, ਅਸੀਂ ਸਾਰੇ, ਤੇ ਫਿਰ ਉਹ ਕਰਕੇ MSP ਗਰੰਟੀ ਕਾਨੂੰਨ ਬਣਾਵਾਂਗੇ। ਮੋਦੀ ਜੀ ਦੇ ਪਹਿਲੇ ਚੋਣ ਮੈਨੀਫੈਸਟੋ ਦੇ ਵਿੱਚ ਡਾਕਟਰ ਸਵਾਮੀ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦੇਣ ਦੀ ਗੱਲ ਹੈਗੀ ਆ। ਭਾਵੇਂ ਉਹ ਹੁਣ ਗਲਤ ਬਿਆਨਬਾਜ਼ੀ ਕਰਕੇ ਕਹਿੰਦੇ ਨਹੀਂ ਵੀ ਅਸੀਂ ਲਾਗੂ ਕਰ ਦਿੱਤੀ ਆ, ਸਾਨੂੰ ਤਾਂ ਸਮਝ ਨਹੀਂ ਆਉਂਦੀ, ਤਾਂ ਮਾਹਿਰ ਹੀ ਬੋਲਦੇ ਨੇ, ਸਗੋਂ ਰਿਪੋਰਟ ਨੂੰ ਹੋਰ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਜੇ।
ਜੀ ਦੂਸਰਾ ਅਸੀਂ ਬਾਂਹ ਮਰੋੜਨ ਦੀ ਗੱਲ ਕਰਦੇ ਹਾਂ ਵੀ ਤੁਸੀਂ ਪੰਜਾਬ ਨਾਲ ਸਪੈਸ਼ਲ ਵਿਤਕਰਾ ਕਰਦੇ ਹੋ, ਜਿਵੇਂ ਬੀਬੀ ਦੇ ਵਿੱਚੋਂ ਸਾਡੇ ਹਿੱਸੇ ਖਾਲੇ, ਬਥੇਰੇ ਹੋਰ ਕਾਰਨਾਮੇ ਜਿਹੜੇ ਰੋਜ਼ ਆਏ ਬਾਹੇ ਹੁੰਦੇ ਨੇ। ਤਾਂ ਤੁਹਾਡੇ ਕੇਂਦਰ ਦੇ ਮੰਤਰੀ ਮੰਡਲ ਦੇ ਵਿੱਚ ਅਜੇ ਮਿਸ਼ਰਾ ਟੈਨੀ ਜੀ ਅੜੇ ਹੋਏ ਨੇ, ਉਹਨਾਂ ਦੀ ਵੀਡੀਓ ਆ, ਉਹਨਾਂ ਨੂੰ ਇਸ ਦੀ ਲੋੜ ਨਹੀਂ ਹੈ। ਜੋ ਕੁਝ ਹੋ ਰਿਹਾ ਅਸੀਂ ਦੇਖ ਰਹੇ ਹਾਂ। ਤਾਂ ਜੇ ਤੁਸੀਂ ਵਾਕਿਆ ਕਿਸਾਨਾਂ ਮਜ਼ਦੂਰ ਵਾਲੀ ਸੁਹਿਰਦ, ਕਿਉਂ ਨਾ ਤੁਸੀਂ ਪਹਿਲ ਕਰੋ। ਅਸੀਂ ਕਹਿੰਦੇ ਲੋਕ ਦੇਖ ਰਹੇ ਨੇ ਕਿ ਜੇ ਸਰਕਾਰ ਚੰਗੇ ਕਦਮ ਚੁੱਕੂਗੀ ਤੇ ਉਹਦਾ ਹਾਂ ਪੱਕੀ ਹੰਗਾਗਾ। ਦੂਸਰਾ, ਜਿਸ ਤੱਕ ਪੰਜਾਬ ਸਰਕਾਰ ਦਾ ਸਵਾਲ ਆ, ਚਾਹੇ ਕੇਂਦਰ ਆ, ਮੈਂ ਕਹਿ ਰਿਹਾ ਨਹੀਂ ਹੈ ਵੀ ਕੋਈ ਸਰਕਾਰ ਦੇ ਮਸਲਿਆਂ ਤੇ ਮੁੱਦਿਆਂ ਤੇ ਨਹੀਂ ਹੈ। ਜਿਹੜੇ ਸਟੈਂਡ ਲੈ ਕੇ ਪੰਜਾਬ ਸਰਕਾਰ ਚੱਲ ਜਾਂ ਕੇਂਦਰ ਚੱਲ ਰਿਹਾ, ਨਹੀਂ ਲੱਗਦਾ ਵੀ ਕਿਤੇ ਜਾ ਕੇ ਸਾਡੇ ਮਸਲੇ ਹੱਲ ਵਾਲੇ ਪਾਸੇ ਵਧਣ। ਨਾ ਕੋਈ ਸੈਸ਼ਨ ਸੱਦਿਆ ਸਰਕਾਰ ਨੇ, ਉਹਨੂੰ ਕਿਸੇ ਮਸਲਿਆਂ ਚ ਉਲਝਾਈ ਰੱਖਿਆ, ਨਾ ਉੱਥੇ ਕੋਈ ਕਿਸਾਨਾਂ ਮਸਲੇ ਚੱਕੇ ਜਾ ਰਹੇ ਆ। ਵਰਤਮਾਨ ਸਮੇਂ 'ਚ ਤੁਸੀਂ ਮੀਡੀਆ 'ਚ ਡਿਬੇਟਾਂ ਦੇਖ ਲਓ, ਕੁਝ ਚੈਨਲਾਂ ਨੂੰ ਛੱਡ ਕੇ ਸਾਰੇ ਨਹੀਂ, ਉਹਨਾਂ ਤੇ ਵੀ ਕੋਈ ਬਾਹਲੀ ਅਸਲ ਮੁੱਦਿਆਂ ਤੇ ਵਾਰਤਾ ਚਰਚਾ ਹੁੰਦੀ ਨਹੀਂ ਹੈ। ਤਾਂ ਫਿਰ ਸਵਾਲ ਤਾਂ ਇੱਕ ਚਾਰਾ ਰਹਿ ਜਾਂਦਾ ਵੀ ਅਸੀਂ ਅੰਦੋਲਨ ਕਰੀਏ, ਔਰ ਫਿਰ ਸਾਡੇ ਅੰਦੋਲਨ ਤੇ ਵੀ ਕਟਾਕਸ ਹੁੰਦੇ ਨੇ। ਜਦੋਂ ਕਿਸਾਨ ਹੁੰਦੇ ਵੀ ਤੁਸੀਂ ਪਿੰਡਾਂ ਵਿੱਚ ਤਾਂ ਹੀ ਆਓਗੇ, ਜਿਹੜੇ ਸਾਡੇ ਨਾਲ ਵਾਅਦੇ ਕੀਤੇ ਵਫਾ ਕਰੋ, ਚਾਹੇ ਕੇਂਦਰ ਹੋਵੇ ਚਾਹੇ ਪੰਜਾਬ ਹੋਵੇ ਜੀ। ਜਿਹੜਾ 70-75 ਸਾਲਾਂ ਤੋਂ ਦੱਬਿਆ ਵਾ, ਲੁੱਟਿਆ ਵਾ, ਕੁੱਟਿਆ ਵਾ, ਕਰਜ਼ਈ ਆ, ਕਰਜ਼ੇ ਦੀਆਂ ਕੁਰਕੀਆਂ ਆ ਰਹੀਆਂ। ਭਗਵੰਤ ਮਾਨ ਕਹਿੰਦੇ ਕੁਰਕੀ ਨਹੀਂ ਹੋਊ, ਕੁਰਕੀਆਂ ਆ ਰਹੀਆਂ। ਅੱਜ ਵਾਰੰਟ ਨੇ ਪ੍ਰਾਈਵੇਟ ਬੈਂਕਾਂ ਦੇ ਵੀ, ਸਰਕਾਰੀ ਬੈਂਕਾਂ ਦੇ ਕੇਸ ਚੱਲ ਰਹੇ ਕਿਸਾਨਾਂ ਦੇ। ਉਹ ਫਿਰ ਮਰਦਾ ਕੀ ਨਹੀਂ ਕਰਦਾ, ਫਿਰ ਹਰ ਹੀਲਾ ਵਰਤਦਾ ਵਾ। ਬਹੁਤ ਕੁਝ ਸਾਡੇ ਬਾਰੇ ਕਿਹਾ ਸੁਣਿਆ ਜਾਂਦਾ ਵਾ ਕਿ ਤੱਤੇ ਵਗਦੇ ਆ ਜੀ, ਐਂ ਕਰਦੇ ਆ ਜੀ। ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਵਿੱਚ ਆਵਾਜ਼ ਦੀ ਆਵਾਜ਼ ਚੁੱਕਦੇ ਆ। ਔਰ ਜਿਹੜੀਆਂ ਸਰਕਾਰਾਂ ਇਸ ਵੇਲੇ ਪਿਛਲੇ 75 ਸਾਲਾਂ 'ਚ ਜਿਹੜੀ ਦੇਸ਼ ਦੀ ਆਬਾਦੀ ਵੱਡੀ ਖੇਤੀ ਤੇ ਨਿਰਭਰ ਆ, 75% 60% ਮਜ਼ਦੂਰ ਨੂੰ ਪਾਲੋ ਉਦੋਂ ਵੱਧ, ਅਜੇ ਤੱਕ ਉਹਨੂੰ ਜਿਹੜੀ ਚੀਜ਼ ਅਸੀਂ ਪੈਦਾ ਕਰਦੇ ਆ ਉਹਦਾ ਸਹੀ ਰੇਟ ਹੀ ਨਹੀਂ ਦੇ ਸਕੇ। ਜੀ ਤੁਹਾਡੀ ਗੱਲ ਬਿਲਕੁਲ ਤੁਹਾਡਾ ਵਿਊ ਬਣ ਆ ਗਿਆ। ਆਪਾਂ ਸਮੇਂ ਦੇ ਲਿਹਾਜ਼ ਨਾਲ ਵੀ ਇਹ ਤੋਂ ਵੱਡੀ ਸਰਕਾਰਾਂ ਤੇ ਕੋਈ ਚਪੇੜ ਨਹੀਂ ਹੈਗੀ ਵੀ ਅਸੀਂ ਜੋ ਪੈਦਾ ਕਰਦੇ ਆ ਕਦੀ ਸਾਨੂੰ ਉਹਦਾ ਰੇਟ ਮਾਰਕੀਟ ਦੇ ਅਨੁਸਾਰ ਦਿੱਤਾ ਹੀ ਨਹੀਂ ਗਿਆ। ਆਪਾਂ ਜਵਾਬ ਲੈ ਲਈਏ ਪੰਦੇਰ ਸਾਹਿਬ, ਬਿਲਕੁਲ ਲਾਗਤ ਖਰਚੇ ਵੀ ਪੂਰੇ ਹੁੰਦੇ। ਆਪਾਂ ਜਵਾਬ ਲੈ ਲਈਏ। ਮੈਨੂੰ ਲੱਗਦਾ ਦੋਵੇਂ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਹੀ ਨਹੀਂ ਹੈਗੀਆਂ, ਧੋਖਾ ਵੀ ਕਰ ਰਹੀਆਂ ਸਾਡੇ ਨਾਲ, ਧਰੋ ਵੀ ਕਮਾ ਰਹੀਆਂ ਵਾ। ਜੀ ਪੰਦੇਰ ਸਾਹਿਬ ਤੁਹਾਡੀ ਗੱਲ ਆ ਗਈ, ਤੁਹਾਡਾ ਵਿਊ ਬਣ ਗਿਆ, ਤੁਹਾਡਾ ਵਿਊ ਬਣ ਆ ਗਿਆ। ਡਾਕਟਰ ਸਾਹਿਬ ਇਸ ਮਾਮਲੇ ਤੇ ਆਪਾਂ ਜ਼ਿਕਰ ਕਰ ਰਹੇ ਹਾਂ। ਦੇਖੋ ਕਿਸਾਨ ਆਗੂ ਦਾ ਕਹਿਣਾ ਹੈ, ਉਹ ਕਹਿੰਦੇ ਕਿ ਪੰਜਾਬ ਸਰਕਾਰ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ, ਪਰ ਦੋਨੇ ਸਰਕਾਰਾਂ ਜ਼ਿੰਮੇਵਾਰ ਹੈ। ਕੇਂਦਰ ਵੱਲੋਂ ਵਿਤਕਰੇ ਦੀ ਗੱਲ ਵੀ ਕੀਤੀ ਜਾ ਰਹੀ ਹੈ। MSP ਦੇ ਮੁੱਦੇ ਤੇ ਜੋ ਵਾਅਦੇ ਕੀਤੇ ਗਏ ਸੀ, ਉਹ ਵਾਅਦਿਆਂ ਤੇ ਕੇਂਦਰ ਦੀ ਸਰਕਾਰ ਵੀ ਖਰਾ ਨਹੀਂ ਉਤਰਦੀ। ਸੋ ਇਸ ਕਰਕੇ ਦੋਨੇ ਸਰਕਾਰਾਂ ਵੱਲੋਂ ਹੀ ਵਿਤਕਰਾ ਤਾਂ ਹਾਈ ਹੈ, ਤੇ ਫਿਰ ਲੜਾਈ ਦਾ ਲੜਨ ਦੀ ਗੱਲ ਕਰਦੇ ਹੈ, ਪਰ ਉਹ ਲੜਾਈ ਕਹਿੰਦੇ ਕਿ ਦੋਨਾਂ ਸਰਕਾਰਾਂ ਵੱਲੋਂ ਹੀ ਇਸ ਤਰ੍ਹਾਂ ਦਾ ਵਤੀਰਾ ਹੈ। ਸਿੱਧੂ ਸਾਹਿਬ, ਜਿਹੜੇ ਕਿਸਾਨੀ ਮੁੱਦੇ ਨੇ ਨਾ, ਇਹਨਾਂ 'ਚ ਰਾਜਨੀਤੀ ਜਿਹੜੀ ਹੈ ਨਾ ਉਹ ਨਹੀਂ ਕਰਨੀ ਚਾਹੀਦੀ। ਅੱਜ ਕਿਸਾਨ ਨੂੰ ਜ਼ਰੂਰਤ ਹੈਗੀ ਹੈ। ਮੋਦੀ ਸਰਕਾਰ ਜਦੋਂ ਆਈ ਸੀ, ਉਹਨਾਂ ਨੇ ਉਦੋਂ ਆਉਂਦਿਆਂ ਹੀ ਕਿਹਾ ਸੀਗਾ ਅਸੀਂ ਕਿਸਾਨ ਦੀ ਇਨਕਮ ਜਿਹੜੀ ਹੈ ਅਸੀਂ ਦੁੱਗਣੀ ਕਰਨਾ ਚਾਹੁੰਦੇ ਹਾਂ। ਕਿਸਾਨੀ ਮਾਰਾਂ ਦੇ ਨਾਲ ਮਿਲ ਜੁਲ ਕੇ ਜਿਹੜੇ ਆ 3 ਕਾਨੂੰਨ ਬਣਾਏ ਗਏ, ਜਿਹੜੇ ਕਿ ਸਾਡੇ ਕਿਸਾਨ ਵੀਰਾਂ ਨੂੰ ਪਸੰਦ ਨਹੀਂ ਹੈ। ਅੱਜ ਜ਼ਰੂਰਤ ਕੀ ਹੈ? ਜ਼ਰੂਰਤ ਹੈਗੀ ਹੈ ਕਿਸਾਨੀ ਕਿੱਤੇ ਵਿੱਚ ਇਨਵੈਸਟਮੈਂਟ ਲਿਆਉਣ ਦੀ। ਜ਼ਰੂਰਤ ਹੈਗੀ ਹੈ ਕਿ 1 ਕਿੱਲੇ ਦੇ ਵਿੱਚੋਂ ਘੱਟ ਤੋਂ ਘੱਟ ਲੱਖ 2 ਲੱਖ ਰੁਪਈਆ ਕਿਸਾਨ ਦੇ ਖਾਤੇ ਵਿੱਚ ਆਵੇ, ਕਿਸਾਨ ਉਹਨੂੰ ਕਮਾਈ ਕਰੇ। ਲੇਕਿਨ ਆਊਗਾ ਕਿਵੇਂ? ਉਹਦੇ ਵਾਸਤੇ ਇਨਵੈਸਟਮੈਂਟ ਜ਼ਰੂਰੀ ਹੈ, ਉਹਦੇ ਵਾਸਤੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਣਾਉਣੀਆਂ ਜ਼ਰੂਰੀ ਨੇ। ਸਰ ਉਹ ਇਹ ਬਿਲਕੁਲ ਡਾਕਟਰ ਸੋਹੀ ਬਿਲਕੁਲ ਉਹ ਕਹਿੰਦੇ ਆ ਕਿ ਨਵੀਆਂ ਤਕਨੀਕਾਂ ਜਾਂ ਜਿਹੜਾ ਫੰਡਸ ਦੀ ਜ਼ਰੂਰਤ ਆ, ਜਿੱਦਾਂ ਅੱਜ ਵੀ ਫੈਸਲੇ ਲਏ ਗਏ ਆ ਚੰਗੀਆਂ ਖਾਦਾਂ, ਗੁਣਵੱਤਾ ਫਸਲਾਂ ਦੀ, ਉਹ ਤਾਂ ਸਾਰੀਆਂ ਗੱਲਾਂ ਹਾਈ ਹੈ। ਪਰ ਉਹ ਕਹਿੰਦੇ ਵੀ ਘੱਟੋ ਘੱਟ ਸਾਨੂੰ ਫਸਲਾਂ ਦਾ ਵਾਜਬ ਮੁੱਲ ਤਾਂ ਮਿਲੇ। ਅੱਜ ਜਦੋਂ ਹੁਣ ਆਪਾਂ ਬਹਿਸ ਕਰ ਰਹੇ ਹਾਂ
ਤਾਂ ਸਬਜ਼ੀਆਂ ਟਮਾਟਰ ਕਿਸ ਕਦਰ ਉਹਨਾਂ ਦੀ ਕੀਮਤਾਂ ਦੇਖੋ ਮੈਂ ਤੇ ਤੁਹਾਨੂੰ ਕੁਝ ਦਿਨ ਉਹੀ ਗੱਲ ਪਹਿਲਾਂ ਦੱਸ ਤਾਂ ਰਿਹਾ ਕਿਸ ਕਦਰ ਸੀਗਾ ਕੀਮਤਾਂ, ਉਹ ਕਹਿੰਦੇ ਕੋਈ ਕਿ ਨੀਤੀ ਤਾਂ ਹੋਵੇ। ਸਾਡਾ ਗਵਾਂਢੀ ਸੂਬਾ ਜਿੱਥੇ ਸਾਡੀ ਬੀਜੇਪੀ ਦੀ ਸਰਕਾਰ ਆ ਹਰਿਆਣੇ 'ਚ 8 ਫਸਲਾਂ ਦੇ ਉੱਪਰ MSP ਦਿੱਤੀ ਜਾ ਰਹੀ ਆ, ਕਿਉਂਕਿ ਹਰਿਆਣਾ ਸਰਕਾਰ ਨੇ ਉਹ ਫਸਲਾਂ ਵਾਸਤੇ ਮਾਰਕੀਟ ਕ੍ਰੀਏਟ ਕੀਤੀ ਤਾਂ ਕਿ ਉਹ ਫਸਲਾਂ ਦੀ ਲਾਗਤ ਜਿਹੜੀ ਹੈ ਫਸਲਾਂ ਦੀ ਕੰਜ਼ੰਪਸ਼ਨ ਹੋਵੇ। ਜੇ ਕੰਜ਼ੰਪਸ਼ਨ ਹੋਏਗੀ ਤੇ MSP ਦਿੱਤੀ ਸਾਰੇ ਜਾਏਗੀ। ਇਸ ਗੱਲ ਦੇ ਲਈ ਲੇਕਿਨ ਦੇਖੋ, ਆਪਾਂ ਗੁਆਂਢੀ ਰਾਜ ਹਰਿਆਣਾ ਦਾ ਜ਼ਿਕਰ ਕੀਤਾ ਹੈ, ਆਪਾਂ ਸਾਰੇ ਜਾਣਦੇ ਹਾਂ ਪਿਛਲੇ ਦਿਨਾਂ 'ਚ ਮੌਰ ਤਾਂ ਹਰਿਆਣੇ ਵਾਲੇ ਕਿਸਾਨਾਂ ਦੇ ਵੀ ਸੇਕੇ ਗਏ ਹੈ ਸਰਕਾਰ ਵੱਲੋਂ। ਮਹਾਰਾਜ ਸਿੱਧੂ ਸਾਹਿਬ ਜੇ ਕਿਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹਨਾਂ ਦਾ ਫਸਲ ਅਨਾਉਂਸ ਕੀਤਾ ਗਿਆ ਸੀ ਸੂਰਜਮੁਖੀ ਦਾ ਰੇਟ 6400 ਰੁਪਈਆ ਉਹ ਦਿੱਤਾ ਵੀ ਗਿਆ। ਦੇਖੋ ਅਸੀਂ ਜੇ ਕਿਸਾਨਾਂ ਦੇ ਦੇਖੋ ਜਿਹੜੇ ਚੰਗਾ ਕੰਮ ਕੋਈ ਸਰਕਾਰ ਕਰੇ ਸਾਨੂੰ ਉਹਦੇ ਹੱਕ ਤੇ ਵੀ ਬੋਲਣਾ ਚਾਹੀਦਾ ਸਿੱਧੂ ਸਾਹਿਬ। ਕ੍ਰਿਟਿਸਿਜ਼ਮ ਵਾਸਤੇ ਕ੍ਰਿਟਿਸਿਜ਼ਮ ਨਹੀਂ ਕਰਨਾ ਚਾਹੀਦਾ। ਬਿਲਕੁਲ ਡੈਫੀਨਿਟਲੀ ਤੁਹਾਡਾ ਬਾਕੀ ਦੇ ਵਿਊ ਪੁਆਇੰਟ ਤੇ ਵੀ ਆਪਾਂ ਲਵਾਂਗੇ ਸਵਾਲ ਜਿਹੜਾ ਹੈਗਾ ਪੰਦੇਰ ਸਾਹਿਬ। ਸਿੱਧੂ ਸਾਹਿਬ ਇਹ ਗੱਲ ਦਾ ਜਵਾਬ ਆ ਲੈਣ ਦਿਓ। ਦੇਖੋ ਤੁਸੀਂ ਕਹਿੰਦੇ ਇੱਕ ਬੰਨੇ ਕਹਿੰਦੇ ਹਰਿਆਣੇ 'ਚ MSP ਦਿੱਤੀ ਜਾ ਰਹੀ ਆ, ਉੱਥੇ ਇਨਵੈਸਟਮੈਂਟ ਦੇ ਰਾਹੀਂ ਥੋੜੀ MSP ਦਿੱਤੀ ਜਾ ਰਹੀ ਆ। ਤੁਹਾਡੀ ਸਰਕਾਰ ਹਿਮਾਚਲ 'ਚ ਸੀਗੀ, ਅੰਬਾਨੀ ਹੁਣੀ ਆਏ, ਤੁਸੀਂ ਸਰਮਾਏਦਾਰ ਲਿਆਂਦੇ, ਉਹ ਸੇਬਾਂ ਵਾਲਿਆਂ ਦਾ ਕੀ ਬਣ ਗਿਆ? ਤੁਸੀਂ ਪੰਜਾਬ ਹਰਿਆਣੇ ਨੂੰ ਯੂਪੀ ਦੇ ਕੁਝ ਖੇਤਰਾਂ ਨੂੰ ਛੱਡ ਦਿਓ, ਬਿਹਾਰ 'ਚ MSP ਨਹੀਂ ਹੈਗੀ, ਸਾਰਾ ਪ੍ਰਾਈਵੇਟੇਸ਼ਨ ਆ। ਸਾਰੇ ਸੂਬਿਆਂ 'ਚ ਤੁਸੀਂ ਉਹਨਾਂ ਕਿਸਾਨਾਂ ਦੀ ਹਾਲਤ ਦਿਖਾ ਦਿਓ, ਕਿਸਾਨਾਂ ਹਰਿਆਣੇ ਵਾਲੇ ਕਿਸਾਨਾਂ ਦੀ ਆਮਦਨ ਦੀ ਹਾਲਤ ਦਿਖਾ ਦਿਓ, ਸਾਰੀ ਸਾਡੇ ਕੋਲ ਆ। ਤਾਂ ਜਿਹੜਾ ਕਹਿੰਦੇ ਸੀ ਆਮਦਨ ਦੁੱਗਣੀ ਕਰਨੀ ਫਿਰ ਹੋਗੀ ਨਹੀਂ। ਸਵਾਲ ਤਾਂ ਹੈ ਵੀ ਕਾਰਪੋਰੇਟ ਘਰਾਣੇ ਖੇਤੀ 'ਚ ਦਾਖਲ ਕਰਨੇ ਕਦੀ ਨਹੀਂ ਹੋਣਾ, ਇਹਦਾ ਉਹਨਾਂ ਜ਼ੋਰਦਾਰ ਵਿਰੋਧ ਕਰਾਂਗੇ। ਸੋ ਇਸ ਕਰਕੇ ਆਪਣੇ ਗਲਤ ਤੱਥਾਂ ਨੂੰ ਨਾ ਰੱਖਿਆ ਜਾਵੇ, ਸਹੀ ਪਾਸੇ ਆਇਆ ਜਾਵੇ। ਬਿਜ਼ਨਸ ਵਧੂਗਾ। ਆਪਾਂ ਬਲਟੋਆ ਸਾਹਿਬ ਤੋਂ ਸਵਾਲ ਲੈਣਾ ਨਹੀਂ, ਆਪਾਂ ਬਿਜ਼ਨਸ ਵਧਿਆ ਹਿਮਾਚਲ ਦਾ ਦੇਖ ਲਈਏ, ਸਬਜ਼ੀਆਂ ਸਾਰੀਆਂ ਪ੍ਰਾਈਵੇਟ ਖੇਤਰ 'ਚ ਵਿਕ ਰਹੀਆਂ, ਉਹਦਾ ਦੇਖ ਲਈਏ। ਚਲੋ ਮੈਂ ਐਗਜ਼ਾਮਪਲਾਂ ਦੇ ਸਾਹਮਣੇ ਪਈਆਂ ਨਾ। ਵਾਲੀ ਗੱਲ ਤੁਸੀਂ ਕਰੀ ਜਾਓਗੇ ਤਾਂ ਕਰੀ ਜਾਓ, ਆ ਮੈਂ ਨਾ ਮਾਨੂ ਵਾਲੀ ਗੱਲਾਂ ਹੋ ਰਹੀਆਂ। ਸਾਨੂੰ ਸੋਚਣਾ ਚਾਹੀਦਾ ਪੰਜਾਬ ਹਰਿਆਣਾ ਵੱਡੇ ਖੇਤੀ ਕਰਕੇ ਤੇ ਇੱਥੇ MSP ਸੀ ਉਹਨੇ ਦਿੱਤੀ, ਨਹੀਂ ਤਾਂ ਨਹੀਂ ਸੀ ਹੋਣੀ। ਚਲੋ ਸੋਈ ਸਾਹਿਬ ਤੁਹਾਡਾ ਵੀ ਵਿਊ ਪੁਆਇੰਟ ਆ ਗਿਆ, ਪੰਦੇਰ ਸਾਹਿਬ ਤੁਹਾਡਾ ਵੀ ਵਿਊ ਪੁਆਇੰਟ ਆ ਗਿਆ। ਆਪਾਂ ਹੁਣ ਸਵਾਲ ਲੈਣੇ ਆ ਬਲਟੋਆ ਸਾਹਿਬ ਤੋਂ। ਬਲਟੋਆ ਸਾਹਿਬ ਜਿਸ ਮਾਮਲੇ ਤੇ ਕਿਸਾਨ ਆਗੂਆਂ ਦਾ ਇੱਕ ਆਪਣਾ ਨਜ਼ਰੀਆ, ਉਹ ਕਹਿੰਦੇ ਚਾਹੇ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਹੈ, ਦੋਨਾਂ ਵੱਲੋਂ ਹੀ ਵੱਡਾ ਵਿਤਕਰਾ ਕੀਤਾ ਜਾ ਰਿਹਾ। ਸਵਾਏ ਅੰਦੋਲਨ ਤੋਂ ਹੋਰ ਕੋਈ ਚਾਰਾ ਨਹੀਂ। MSP ਦੀ ਗੱਲ ਕਰ ਲਈਏ, ਚਾਹੇ ਫਸਲਾਂ ਦੇ ਬਾਰੇ ਜਿਹੜੇ ਹੋਰ ਵਾਅਦੇ ਕੀਤੇ ਗਏ ਉਹਨਾਂ ਵਾਅਦਿਆਂ ਦੀ ਗੱਲ ਕਰ ਲਈਏ, ਉਹ ਕਿਧਰੇ ਵੀ ਪੂਰਤੀ ਹੁੰਦੀ ਨਜ਼ਰ ਨਹੀਂ ਆਈ ਤੇ ਨਾ ਹੀ ਕਹਿੰਦੇ ਕੋਈ ਉਮੀਦ ਹੈ। ਨਹੀਂ, ਇਹ 'ਚ ਕੁਦਰਾ ਬਣ ਗਿਆ ਕਿ ਸਰਕਾਰਾਂ ਵੀ ਸ਼ਾਇਦ ਉਡੀਕਦੀਆਂ ਰਹਿੰਦੀਆਂ ਕਿ ਜਦੋਂ ਉਹਨਾਂ ਦੀ ਮਜਬੂਰੀ ਬਣੇ ਤੇ ਉਸ ਤੋਂ ਬਾਅਦ ਹੀ ਹਿਲਜੁਲ ਕਰਦੀਆਂ ਨੇ, ਖਾਸ ਕਰਕੇ ਜਿਹਦੀ ਜ਼ਿੰਮੇਵਾਰੀ ਬਣਦੀ ਹੈ। ਕਿਉਂਕਿ ਅੱਜ ਜਿੰਨੇ ਅਧਿਕਾਰ ਨੇ ਉਹ ਸਾਰੇ ਖੋਹ ਕੇ ਤੇ ਕੇਂਦਰ ਸਰਕਾਰ ਲੈ ਗਈ ਹੈ। ਪਰ ਜਿਹੜੇ ਕੇਂਦਰ ਕੋਲੇ ਅਧਿਕਾਰ ਨੇ ਤੇ ਫਿਰ ਫੜਾਂ ਜਿਹੜੀਆਂ ਸੂਬਿਆਂ ਦੇ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਜਾਂ ਸੂਬਿਆਂ ਦੇ ਵਿੱਚ ਸਰਕਾਰਾਂ ਬਣਾਉਣ ਲਈ ਯਤਨਸ਼ੀਲ ਪਾਰਟੀਆਂ ਨੂੰ ਲੋਕਾਂ ਨੂੰ ਧੋਖੇ 'ਚ ਨਹੀਂ ਰੱਖਣਾ ਚਾਹੀਦਾ। ਆਪਦੀ ਸਮਰੱਥਾ ਦੇ ਅਨੁਸਾਰ ਜੋ ਉਹ ਕਰ ਸਕਦੇ ਨੇ ਉਹੀ ਵਾਅਦੇ ਕਰਨੇ ਚਾਹੀਦੇ ਆ। ਦੁੱਖ ਇਸ ਗੱਲ ਦਾ ਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ, ਕੇਜਰੀਵਾਲ ਵੱਲੋਂ, ਭਗਵੰਤ ਮਾਨ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਇਸ ਤਰ੍ਹਾਂ ਭਰਮਾਇਆ ਗਿਆ ਕਿ ਸਾਡੀ ਸਰਕਾਰ ਲਿਆਓ, ਅਸੀਂ ਤੇ ਦਿੱਲੀ ਦੇ ਵਿੱਚ 50,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦਿੰਨੇ, ਜੇ ਉੱਥੇ ਕੋਈ ਫਸਲ ਖਰਾਬ ਹੋ ਜਾਏ 50,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ। ਉੱਥੇ ਕਣਕ ਆ ਜਾਂ ਕੋਈ ਹੋਰ ਫਸਲ ਹੈ ਉਹ ਸਵਾਮੀਨਾਥਨ ਦੇ ਮੁੱਲ ਤੋਂ ਵੀ ਵੱਧ ਮੰਡੀ 'ਚ ਵਿਕਦੀ ਹੈ। ਬਿਆਨ ਪਏ ਸੋਸ਼ਲ ਮੀਡੀਆ 'ਚ ਜਾਂ ਮੀਡੀਆ ਦੇ ਵਿੱਚ ਔਨ ਰਿਕਾਰਡ ਆਮ ਆਦਮੀ ਪਾਰਟੀ ਦੇ, ਕੇਜਰੀਵਾਲ ਦੇ, ਭਗਵੰਤ ਮਾਨ ਦੇ, ਉਹਨਾਂ ਦੇ ਆਗੂਆਂ ਦੇ ਜਿਹੜੇ ਬਿਆਨ ਨੇ ਉਹ ਸ਼ਰਮ ਪਏ ਆ। ਕਿਉਂ ਨਹੀਂ ਲੋਕਾਂ ਤੇ ਅਸਰ ਕਰਨਗੇ? ਕਿਹਦਾ ਜੀ ਨਹੀਂ ਕਰਦਾ ਕਿ ਜੇ ਮੇਰੀ ਫਸਲ ਖਰਾਬ ਹੋ ਜਾਏ ਤੇ ਮੈਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲ ਜੇ? ਕਿਹਦਾ ਜੀ ਨਹੀਂ ਕਰਦਾ ਕਿ ਮੈਨੂੰ ਸਵਾਮੀਨਾਥਨ ਰੇਟ ਤੋਂ ਵੱਧ ਮੁੱਲ ਮਿਲ ਜੇ? ਅੱਜ ਸਵਾਲ ਇਹ ਹੈ ਕਿ ਕੀ ਸਰਕਾਰਾਂ ਨੂੰ ਜਾਂ ਪਾਰਟੀਆਂ ਨੂੰ ਆਪਦੀ ਔਕਾਤ ਤੋਂ ਵੱਧ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਾਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਇੱਕ ਖੁੱਲ੍ਹ ਮਿਲੀ ਹੋਈ ਹੈ, ਖੁੱਲ੍ਹ ਰਹਿਣੀ ਚਾਹੀਦੀ ਹੈ? ਜੀ ਜੀ, ਮੇਰਾ ਤਾਂ ਇੱਕੋ ਸਵਾਲ ਹੈ ਕਿ ਆਮ ਆਦਮੀ ਪਾਰਟੀ ਵਾਲੇ ਸੁਣਦੇ ਆ, ਨਹੀਂ ਸੁਣਦੇ, ਆਏ ਆ, ਨਹੀਂ ਆਏ, ਪਰ ਜਿਹੜਾ ਉਹਨਾਂ ਨੇ ਗੁਨਾਹ ਕੀਤਾ ਆ, ਤੁਸੀਂ ਦੇਖੋ 1500 ਕਹਿੰਦੇ ਸੀ ਝੋਨਾ ਬਜਾਈ ਦਾ ਸਿੱਧੀ ਦਾ ਅਸੀਂ ਦੇਵਾਂਗੇ, ਦਿੱਤਾ ਕਿਸੇ ਨੂੰ? ਨਰਮੇ ਦਾ ਮੁਆਵਜ਼ਾ ਦੇਵਾਂਗੇ,
ਜਾ ਕੇ ਬੂਟਿਆਂ ਦੇ ਨਾਲ ਜਾ ਕੇ ਫੋਟੋਆਂ ਖਿਚਾਉਂਦੇ ਰਹੇ, ਕਿਸੇ ਨੂੰ ਦਿੱਤਾ, ਕਿਸੇ ਨੂੰ ਉਹਨਾਂ ਨੇ। ਬਿਲਕੁਲ, ਇਸ ਕਰਕੇ ਜਿਹੜੀ ਪੰਜਾਬ ਸਾਡੀ ਵਾਲੇ ਹੱਥ ਬਣ ਕੇ ਪੁੱਛਣਗੇ ਬੇਨਤੀ ਆ, ਸਵਾਲ ਉਹਨਾਂ ਅੱਗੇ ਗੱਲ ਕਰੋ ਜਿੰਨੀ ਪੂਰੀ ਕਰ ਸਕਦੇ। ਜੀ ਜੀ, ਥੈਂਕ ਯੂ ਵੈਰੀ ਮਚ। ਆਪਾਂ ਸਮੇਂ ਦੇ ਲਿਹਾਜ਼ ਨਾਲ ਬਾਕੀ ਮਹਿਮਾਨਾਂ ਤੋਂ ਪ੍ਰਸਮਜੀਤ ਸਿੰਘ ਜੋ ਵਲਟੋਹਾ ਜੀ ਨੇ ਗੱਲ ਕੀਤੀ ਹੈ, ਉਹ ਕਹਿੰਦੇ ਚਾਹੇ ਫਸਲੀ ਵਿਭਿੰਨਤਾ ਦੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਇੱਦਾਂ ਹੀ ਫਸਲੀ ਖਰਾਬੇ ਦੀ ਗੱਲ ਕਰਦੇ ਹਾਂ, ਬੂਟਿਆਂ ਨਾਲ ਜਾ ਕੇ ਫੋਟੋ ਖਿਚਾਉਣੀਆਂ ਤਾਂ ਸਭ ਨੂੰ ਚੰਗੀਆਂ ਲੱਗਦੀਆਂ, ਪਰ ਜ਼ਮੀਨੀ ਹਕੀਕਤਾਂ ਕਿਧਰੇ ਮੇਲ ਨਹੀਂ ਖਾਂਦੀਆਂ। ਸਿੱਧੂ ਸਾਹਿਬ, ਇਹ ਸਾਡੇ ਜਿਹੜੇ ਨਾ ਕਿਸਾਨ ਵੀਰ ਕਾਫੀ ਮੋਬਿਲਾਈਜ਼ਡ ਆ, ਰਾਜਨੀਤਿਕ ਤੌਰ ਤੇ ਚੇਤਨ ਵੀ ਆ, ਤੇ ਇਹਨਾਂ ਕੋਲ ਥੋੜ੍ਹੇ ਬਹੁਤ ਸਾਧਨ ਵੀ ਹੈਗੇ। ਇਹਨਾਂ ਨੇ ਸਰਕਾਰਾਂ ਨੇ ਖੇਤੀ ਨੀਤੀ ਤੇ ਕੀ ਬਣਾਉਣੀ ਆ, ਇਹ ਆਪਣੀ ਵੱਲੋਂ ਜਿਹੜੇ ਖੇਤੀਬਾੜੀ ਦੇ ਮਾਹਿਰ ਆ ਉਹਨਾਂ ਨਾਲ ਮੀਟਿੰਗ ਕਰਕੇ ਤੇ ਇੱਕ ਖਰੜਾ ਖੇਤੀ ਦਾ ਤਿਆਰ ਕਰਨ ਔਰ ਉਸ ਨੂੰ ਲਾਗੂ ਕਰਾਉਣ ਲਈ ਡਾਂਗ ਸੋਟਾ ਚੱਲੇ। ਉਹ ਖਰੜੇ ਵਿੱਚ ਬੇਸਿਕ ਆਈਡੀਆ ਮੈਂ ਇਹਨਾਂ ਨੂੰ ਕਹਿਣਾ, ਬੰਦੇਰ ਸਾਹਿਬ ਬੈਠੇ ਆ, ਕਿ ਜਦ ਤੱਕ ਅਸੀਂ ਅਲੱਗ-ਅਲੱਗ ਕਿਸਮ ਦੇ ਫਾਰਮਰਸ ਦੇ ਪ੍ਰੋਡਿਊਸਰ ਤੇ ਮਾਰਕੀਟਿੰਗ ਕੋਆਪਰੇਟਿਵਸ ਨਹੀਂ ਬਣਾਉਂਦੇ, ਉਹ ਬ੍ਰਾਂਡ ਨਾਮ ਬਣਾਉਣ ਆਪਣੇ ਜਿਹੜੇ, ਤੇ ਅਲੱਗ-ਅਲੱਗ ਐਗਰੋ ਕਲਾਈਮੈਟਿਕ ਜ਼ੋਨ ਸਾਡੇ ਹੈਗੇ ਆ, ਉਹਦੇ ਮੁਤਾਬਕ ਫਸਲਾਂ ਤੈਅ ਕਰ ਲੈਣ। ਇੱਥੇ ਸਭ ਕੁਝ ਪੈਦਾ ਕੀਤਾ ਜਾ ਸਕਦਾ। ਮਾਰਕੀਟਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈ। ਅੱਜ ਅਸੀਂ ਇਹੋ ਕੁਝ ਹੀ ਡਿਸਕਸ ਕਰ ਰਹੇ ਹਾਂ, ਹੋਰ ਕੀ ਕਰ ਰਹੇ ਹਾਂ। ਇਸ ਲਈ ਉਹ ਜਦੋਂ ਸਾਰੀ ਮਾਰਕੀਟਿੰਗ ਦੇ ਕੋਆਪਰੇਟਿਵਸ ਹੋਣ, ਸਰਕਾਰ ਨੂੰ ਦਬਾਅ ਪਾ ਕੇ ਗਲੋਬਲੀ ਮਾਰਕੀਟ ਨੂੰ ਇਹ ਕੋਆਪਰੇਟਿਵਸ ਟੈਪ ਕਰਨ, ਜਿਵੇਂ ਬਾਕੀ ਅਡਾਨੀ ਅਬਾਨੀ ਕਰਦੇ ਆ, ਔਰ ਉਹਨਾਂ ਦੇ ਕੋਲੋਂ ਉਹਨਾਂ ਨੂੰ ਫਿਰ ਕਰਜ਼ਾ ਵੀ ਚੰਗਾ ਮਿਲੂਗਾ, ਉਹ ਸਸਤਾ ਵੀ ਮਿਲੂਗਾ, ਕਰਜ਼ਾ ਦੇਣ ਵਾਲੇ ਵੀ ਬਥੇਰੇ ਹੋਣਗੇ। ਉਹ ਫਿਰ ਛੋਟੇ ਛੋਟੇ ਚੰਗੁਲ 'ਚੋਂ ਨਿਕਲ ਕੇ ਇੱਕ ਕਾਰਪੋਰੇਟ ਕਰੈਕਟਰ ਜਿਹੜਾ ਉਸ ਕੋਆਪਰੇਟਿਵ ਦਾ ਹੋਊਗਾ, ਉਸ ਪਾਸੇ ਸੋਚਣ, ਵੱਡੀ ਇਨਵੈਸਟਮੈਂਟ ਖੇਤੀ 'ਚ ਕਰਕੇ ਵਧੀਆ ਚੀਜ਼ਾਂ ਪੈਦਾ ਕਰਨ। ਅੱਜ ਕੱਲ੍ਹ ਦੇ ਜਿਸ ਤਰ੍ਹਾਂ ਆਰਗੈਨਿਕ ਖੇਤੀ ਜੇ ਉਹ 3-3 ਗੁਣਾ ਪ੍ਰਾਈਸ ਹੋਊਗੀ, ਇੱਕ ਏਕੜ 'ਚੋਂ ਤੁਸੀਂ 3-3 4-4 ਲੱਖ ਦੀ ਪੈਦਾਵਾਰ ਕਰ ਸਕਦੇ ਆ। ਪਰ ਇਹ ਕਿਸੇ ਸਰਕਾਰਾਂ ਨੇ ਨਹੀਂ ਕਰਨਾ, ਤੁਸੀਂ ਆਪ ਵੀ ਇਹਦੇ ਬਾਰੇ ਕੁਝ ਕਦਮ ਚੁੱਕੋ। ਨਿਰਭਰਤਾ ਦੀ ਗੱਲ ਜਿਹੜੀ, ਥੈਂਕ ਯੂ ਪ੍ਰੈਸਾ, ਜਿਸ ਮਾਮਲੇ ਦੇ ਆਪਾਂ ਕਰ ਡਾਕਟਰ ਸੋਈ ਇੱਕ ਮਾਮਲੇ ਦਾ ਜਿਹਦਾ ਜ਼ਿਕਰ ਕੀਤਾ, ਮੈਂ ਉਸ ਮੁੱਦੇ ਤੁਹਾਡੇ ਤੋਂ ਵੀ ਸਵਾਲ ਲਵਾਂਗਾ, ਪਰ ਮੈਂ ਪਹਿਲਾਂ ਪੰਦੇਰ ਸਾਹਿਬ ਤੋਂ। ਪੰਦੇਰ ਸਾਹਿਬ, ਕੀ ਲੱਗਦਾ ਹੈ ਕਿ ਸਰਕਾਰਾਂ ਦੀ ਜਿਹੜੀ ਨਿਰਭਰਤਾ ਹੈ ਉਹ ਘਟਾ ਕੇ, ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਕਿ ਅਗਰ ਕਿਸਾਨ ਆਪਣੇ ਤੌਰ 'ਤੇ ਨੀਤੀਆਂ ਲੈ ਕੇ ਆਉਣ, ਉਹ ਨੀਤੀ ਨੂੰ ਲਾਗੂ ਕਰਾਉਣ ਦੀ ਲੜਾਈ ਲੜੀ ਜਾਵੇ, ਤਾਂ ਸ਼ਾਇਦ ਜਿਹੜਾ ਕੋਈ ਤਬਦੀਲੀ ਆ ਸਕਦੀ ਹੈ, ਸ਼ਾਇਦ ਫਿਰ ਰੰਗਲਾ ਪੰਜਾਬ ਵੀ ਬਣ ਜੇ। ਦੇਖੋ, ਮੇਰੇ ਖਿਆਲ ਪਹਿਲੀਆਂ ਗੱਲਾਂ ਸੀ ਕਿ ਮਹਾਰਾਜਾ ਦੇ ਪਈਆਂ ਬੜੇ ਬੜੇ ਕੇਂਦਰ ਦੇ ਵੀ ਤੇ ਪੰਜਾਬ ਦੇ ਮੇਰੀਆਂ ਮੀਟਿੰਗਾਂ 'ਚ ਲਿਖ ਕੇ ਦਿੱਤਾ ਆ। ਦੁੱਖ ਦੀ ਗੱਲ ਆ, ਮੈਂ ਕਿਸ਼ੂ ਦੱਸਦਾ ਵੀ ਟਮਾਟਰ ਪੰਜਾਬ ਦਾ ਰੁਲ ਗਿਆ, ਇਹ ਤੋਂ ਵਾਹੇ ਗਏ ਸਾਡੇ ਇਲਾਕੇ 'ਚ। ਹੁਣ ਟਮਾਟਰ ਸਮਾਨ ਰੇਟ ਛੂ ਰਿਹਾ, ਪ੍ਰਬੰਧ ਦੇਖ ਲਓ ਸਰਕਾਰਾਂ ਦੇ। ਆ ਗਵਾਂਢੀ ਆ, ਰਾਜਨੀਤੀ ਕਰਕੇ, ਹਿੰਦੂ ਮੁਸਲਮ ਕਰਕੇ, ਚਲੋ ਗਵਾਂਢੀ ਮੁਲਕ ਮਾੜਾ ਹੋਵੇ ਤਾਂ ਠੀਕ ਹੈ, ਜੇ ਇਹਦੇ ਨਾਲ ਵਪਾਰ ਕਿਤੇ ਪੰਜਾਬ ਵਾਲੇ ਤਰਜਣ ਵੀ ਤੁਹਾਡੇ ਰਾਜਨੀਤਿਕ ਵਿਰੋਧ ਹੋ ਸਕਦੇ, ਉਹਨਾਂ ਨਾਲ ਉਹ ਰਹੋ, ਜੇ ਕੋਈ ਗਲਤ ਕਰਦਾ ਉਹਨੂੰ ਸਬਕ ਵੀ ਸਿਖਾ ਲਓ। ਪਰ ਦੇਖੋ ਨਾ, ਜੇ ਇੱਥੇ ਲਾਹੌਰ ਨੂੰ ਰਾਹ ਖੁੱਲਾ ਸੀ ਤੇ ਅੰਮ੍ਰਿਤਸਰ ਵਾਲੀ ਮੰਡੀ ਦੇ ਵਿੱਚ ਪ੍ਰਾਈਵੇਟ ਪਰਚੇਜ ਵੀ ਬਹੁਤ ਜ਼ੋਰ ਨਾਲ ਜਾਂਦੀ ਸੀ। ਜਿਹੜੇ ਕੰਮ ਕਰਨ ਵਾਲੇ ਆ ਉਹ ਤਾਂ ਕਰਨੇ ਨਹੀਂ, ਜਿਹੜੇ ਕੇਂਦਰ ਨੂੰ ਕਰਨੇ ਚਾਹੀਦੇ ਆ ਜਾਂ ਹੋਰ ਪੰਜਾਬ ਦੇ ਆ। ਓਕੇ, ਪਰ ਸਵਾਲ ਤਾਂ ਇਹ ਹੈਗਾ ਵੀ ਅਸੀਂ ਜਿਹੜੀ ਕਾਰਪੋਰੇਟ ਘਰਾਣੇ ਆ ਉਹ ਉਸ ਕਿਸਮ ਦੇ ਬਦਲ 'ਚ ਵੜਾਂਗੇ ਤੇ ਸੰਭਵ ਨਹੀਂ ਹੈਗਾ। ਅਸੀਂ ਤਾਂ ਸਹਿਕਾਰੀ ਖੇਤੀ ਵਾਸਤੇ ਵੀ ਸਰਕਾਰ ਨੂੰ ਕਹਿੰਦੇ ਵੀ ਇੱਧਰ ਆ ਜਾਓ। ਸਹਿਕਾਰੀ ਖੇਤੀ ਪੰਜਾਬ ਦੀ ਚੰਗੀ ਸੀ, ਕਿਉਂ ਮਾਰੀ ਗਈ? ਉਹ ਸਾਰੇ ਪੋਲੀਟੀਕਲ ਦਖਲਅੰਦਾਜ਼ੀ, ਉਹਦੇ ਜਿਹੜੇ ਇਲੈਕਸ਼ਨਾਂ ਹੁੰਦੀਆਂ ਸੀ, ਡਾਂਗ ਸੋਟਾ ਹੁੰਦਾ ਸੀ ਪੰਜਾਬ 'ਚ। ਮੈਂ ਵੀ ਵੇਖਣਾ, ਜੇ ਉਹ ਦੇ ਰਾਜਨੀਤਿਕ ਦਖਲਅੰਦਾਜ਼ੀ ਨਾ ਹੁੰਦੀ ਤਾਂ ਅਜੇ ਵੀ ਵਿੱਚ ਬਹੁਤ ਸਾਰੀ ਸਹਿਕਾਰੀ ਸਭਾਵਾਂ ਵਧੀਆ ਕੰਮ ਕਰ ਰਹੀਆਂ ਨੇ। ਅਸੀਂ ਇਹਦੇ ਵਿਰੋਧੀ ਨਹੀਂ। ਮੈਨੂੰ ਲੱਗਦਾ ਸਰਕਾਰਾਂ ਸੋਚਦੀਆਂ ਹੀ ਨਹੀਂ ਹੈਗੀਆਂ ਜਿਵੇਂ ਸੋਚਣਾ ਚਾਹੀਦਾ ਵੀ ਅਸੀਂ ਇਸ ਸੰਕਟ 'ਚੋਂ, ਮੌਜੂਦਾ ਖੇਤੀ ਵਾਲੇ ਸੰਕਟ 'ਚੋਂ ਕਿਸਾਨ ਨੂੰ ਕੱਢਣਾ ਕਿੱਦਾਂ ਵਾ। ਸੀਰੀਅਸ ਹੀ ਨਹੀਂ ਹੈਗੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਮੁੱਦਿਆਂ ਤੇ ਆਉਣ ਲਈ। ਮੁੱਦਾ ਇੱਕੋ, ਪੰਜਾਬ ਦੀ ਕਿਸਾਨੀ ਹੋਵੇ ਚਾਹੇ ਦੇਸ਼ ਦੀ ਕਿਸਾਨੀ ਹੋਵੇ, ਕਿਉਂ ਆਪਣੀਆਂ ਫਸਲਾਂ ਦੇ ਭਾਅ ਲੈਣ ਲਈ ਅੰਦੋਲਨ ਕਰਨੇ ਪੈ ਰਿਹਾ, ਲੜਾਈਆਂ ਲੜਨੀਆਂ ਪੈ ਰਹੀਆਂ। ਜਦੋਂ ਸੱਤਾ ਤੋਂ ਬਾਹਰ ਹੁੰਦੀਆਂ ਰਾਜਸੀ ਧਿਰਾਂ ਤੇ ਵੱਡੇ ਵੱਡੇ ਦਾਅਵੇ ਕਰਦੀਆਂ, ਜਦੋਂ ਸੱਤਾ 'ਚ ਆ ਜਾਂਦੀਆਂ ਤਾਂ ਨਿਰਧਾਰਤ ਫੈਸਲਿਆਂ ਤੇ ਨਿਰਧਾਰਤ ਕੀਮਤਾਂ ਤੇ ਵੀ ਉਹ ਫਸਲਾਂ ਖਰੀਦੀਆਂ ਨਹੀਂ ਜਾਂਦੀਆਂ। ਫਿਰ ਕਿਸਾਨਾਂ ਕੋਲੇ ਅੰਦੋਲਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿੰਦਾ, ਤਾਂ ਫਿਰ ਉਹਨਾਂ ਹੀ ਕਿਸਾਨਾਂ ਨੂੰ ਕਿਹਾ ਜਾਂਦਾ ਕਿਤੇ ਟੁਕੜੇ ਟੁਕੜੇ ਗਏ, ਕਿਤੇ ਦੇਸ਼ ਵਿਰੋਧੀ ਹੈ। ਤਾਂ ਫਿਰ ਸਰਕਾਰ ਕੋਲੇ ਹੋਰ ਇਹਨਾਂ ਗੱਲਾਂ ਤੋਂ ਇਲਾਵਾ, ਜਿਸ ਸਰਕਾਰ ਦੇ ਮਾਮਲੇ 'ਤੇ ਲੜਾਈ ਲੜੀ ਜਾਂਦੀ ਹੈ, ਤਾਂ ਕਿਸਾਨਾਂ ਕੋਲੇ ਕੋਈ ਚਾਰਾ ਵੀ ਨਹੀਂ ਸਰਕਾਰ ਨਾਲ ਮੱਥਾ ਲਾਉਣ ਤੋਂ ਇਲਾਵਾ। ਇਹਨਾਂ ਮੁੱਦਿਆਂ 'ਤੇ ਆਉਣ ਲਈ ਆਪਾਂ ਸਾਰੇ ਮਹਿਮਾਨਾਂ ਦੇ ਧੰਨਵਾਦੀ ਹਾਂ
ਤੇ ਇਸ ਦੇ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।